ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 160 ਤੇ ਵਿਚਾਲੇ ਜੇ ਕਰਕੇ ਗੌੜੀ ਗੁਆਰੇਰੀ ਮਹਿਲਾ ਤੀਜਾ। ਰਾਗ ਦਾ ਨਾਮ ਹੈ ਗੌੜੀ ਗੁਆਰੇਰੀ। ਮਹਿਲਾ ਤੀਜਾ ਦਾ ਤੀਸਰੇ ਪਾਤਸ਼ਾਹ ਦੀ ਬਾਣੀ। ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸਹਿਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ। ਏਕਸ ਤੇ ਉਸ ਇੱਕ ਪਰਮਾਤਮਾ ਤੋਂ ਹੀ ਸਾਰੇ ਰੂਪ ਸਾਰੇ ਰੰਗ ਬਣੇ, ਕਿਉਂਕਿ ਜੀਵ ਅੱਡ ਰੂਪਾਂ ਦੇ ਨੇ, ਅੱਡ ਰੰਗਾਂ ਦੇ ਨੇ। ਉਸ ਇੱਕ ਪਰਮਾਤਮਾ ਤੋਂ ਹੀ ਇਹ ਸਾਰੇ ਰੂਪ ਸਾਰੇ ਰੰਗ ਬਣੇ। ਪੌਣ ਪਾਣੀ ਬੈਸੰਤਰ ਸਹਿਲੰਗਾ, ਹਵਾ ਬਣੀ ਹੈ, ਪਾਣੀ ਬਣਿਆ, ਅੱਗ ਬਣੀ ਹੈ, ਸਭ ਸਹਿਲੰਗਾ। ਪਰਮਾਤਮਾ ਸਾਰਿਆਂ ਦੇ ਨਾਲ ਹੈ। ਇਹ ਪਰਮਾਤਮਾ ਤੋਂ ਅਲੱਗ ਨਹੀਂ ਹੈਗੇ, ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਬੈਠਾ ਹੋਇਆ। ਜੋ ਵੀ ਪਰਮਾਤਮਾ ਨੇ ਬਣਾਇਆ, ਪਰਮਾਤਮਾ ਉਸਦੇ ਵਿੱਚ ਬੈਠਾ। ਪੱਥਰ ਬਣਾਇਆ, ਪਰਮਾਤਮਾ ਪੱਥਰ ਦੇ ਵਿੱਚ ਵੀ ਬੈਠਾ ਹੈ। ਹਵਾ ਬਣਾਈ ਦੇ ਵਿੱਚ ਹੈ, ਅੱਗ ਬਣੇ ਦੇ ਵਿੱਚ ਹੈ। ਜੋ ਕੁਛ ਵੀ ਪਰਮਾਤਮਾ ਨੇ ਬਣਾਇਆ, ਪਰਮਾਤਮਾ ਦੇ ਵਿੱਚ ਹੈ। ਇਸ ਲਈ ਉਹਨੂੰ ਕਹਿੰਦੇ ਨੇ ਕਰਤਾ ਪੁਰਖ, ਇਸ ਨੂੰ ਪੁਰਖ ਕਹਿੰਦੇ। ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗ। ਪਰਮਾਤਮਾ ਇਹ ਅੱਡ ਅੱਡ ਜੇ ਰੰਗ ਬਣਾਏ ਨੇ, ਉਹਨਾਂ ਨੂੰ ਵੇਖਦਾ ਹੈ। ਪਰਮਾਤਮਾ ਅੱਡ ਅੱਡ ਰੰਗਾਂ ਨੂੰ ਵੇਖਦਾ ਹੈ। ਇਹ ਨਹੀਂ ਕਿ ਸਿਰ ਉਹਨੇ ਬਣਾਤੇ। ਜਿੰਨੇ ਅੱਡ ਰੰਗਾਂ ਦੇ ਜੀਵ ਬਣਾਏ ਨੇ, ਸਭ ਦੀ ਦੇਖਭਾਲ ਕਰਦਾ ਹੈ। ਏਕ ਅਚਰਜ ਏਕੋ ਹੈ ਸੋਈ। ਇੱਕ ਅਚਰਜ ਗੱਲ ਇਹ ਹੈ ਕਿ ਸਿਰਫ ਪਰਮਾਤਮਾ ਹੀ ਹੈ, ਹੋਰ ਤਾਂ ਉਹਦੇ ਵਰਗਾ ਕੋਈ ਹੈ ਨਹੀਂ। ਇੱਕ ਪਰਮਾਤਮਾ ਹੀ ਹੈ। ਇਹ ਅਚਰਜ ਗੱਲ ਹੈ ਕਿ ਉਹਦੇ ਵਰਗਾ ਵੀ ਹੋਰ ਕੋਈ ਨਹੀਂ ਹੈਗਾ, ਉਹਦੇ ਵਰਗਾ ਹੋਰ ਕੋਈ ਨਹੀਂ। ਗੁਰਮੁਖ ਵਿਚਾਰੇ ਵਿਰਲਾ ਕੋਈ, ਪਰ ਕੋਈ ਵਿਰਲਾ ਟਾਵਾਂ ਜਿਹੜਾ ਗੁਰਮੁਖ ਹੁੰਦਾ ਹੈ, ਉਹ ਇਸ ਗੱਲ ਦੀ ਵਿਚਾਰ ਕਰਦਾ ਹੈ। ਕਿਉਂਕਿ ਵਿਚਾਰ ਬਹੁਤ ਘੱਟ ਲੋਕ ਕਰਦੇ ਨੇ। ਜਿਵੇਂ ਤੁਸੀਂ ਬਾਣੀ ਪੜ੍ਹਦੇ ਹੋ, ਬਾਣੀ ਦੀ ਵਿਚਾਰ ਬਹੁਤ ਘੱਟ ਲੋਕ ਕਰਦੇ ਨੇ। ਬਾਣੀ ਪੜ੍ਹਦੇ ਨੇ, ਵਿਚਾਰ ਨਹੀਂ ਕਰਦੇ ਕਿ ਬਾਣੀ ਕਹਿੰਦੀ ਕੀ ਹੈ। ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਦੇ, ਉਹਨਾਂ ਚਿਰ ਉਹਦਾ ਸਾਡੇ 'ਤੇ ਅਸਰ ਹੀ ਨਹੀਂ ਹੁੰਦਾ। ਪੜ੍ਹੀ ਜਾਣ ਨਾਲ ਅਸਰ ਨਹੀਂ ਹੋਇਆ ਕਰਦਾ, ਸਮਝਣ ਨਾਲ, ਵਿਚਾਰਨ ਨਾਲ ਅਸਰ ਹੁੰਦਾ ਹੈ। ਜਿਹੜਾ ਬਾਣੀ ਨੂੰ ਵਿਚਾਰਦਾ, ਪਰ ਉਹ ਵਿਰਲਾ ਟਾਵਾਂਦਾ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਕੋਈ ਵਿਰਲਾ ਟਾਵਾਂ ਜਿਹੜਾ ਬਾਣੀ ਦੀ ਵਿਚਾਰ ਕਰਦਾ, ਅਤੇ ਜਿਹੜਾ ਵਿਚਾਰ ਕਰਦਾ ਨਿਜ ਘਰ ਵਾਸਾ ਹੋਏ, ਉਹਦਾ ਪਰਮਾਤਮਾ ਦੇ ਦਰ 'ਤੇ ਵਾਸਾ ਹੋ ਜਾਂਦਾ ਹੈ। ਕਿਉਂਕਿ ਵਿਚਾਰੇਗਾ ਅਤੇ ਤਾਂ ਹੀ ਉਸ 'ਤੇ ਅਮਲ ਕਰੇਗਾ। ਮੈਂ ਪੜ੍ਹ ਰਿਹਾ, ਮੈਨੂੰ ਪਤਾ ਹੀ ਨਹੀਂ ਇਹਦੇ ਵਿੱਚ ਕੀ ਲਿਖਿਆ ਹੋਇਆ, ਕੀ ਕਰਨਾ, ਮੈਂ ਪੜ੍ਹੀ ਜਾ ਰਿਹਾ। ਵਿਚਾਰਦੇ ਨੇ। ਅੱਜ ਕੱਲ੍ਹ ਗੁਟਕੇ ਮਿਲਦੇ ਬਾਜ਼ਾਰਾਂ 'ਚ, ਅਰਥਾਂ ਵਾਲੇ। ਅਰਥਾਂ ਸਮੇਤ ਗੁਟਕੇ ਮਿਲਦੇ ਅੱਜ ਕੱਲ੍ਹ। ਤਾਂ ਆਪਣੇ ਮੋਬਾਈਲ 'ਚ ਭਾਵੇਂ ਭਰਵਾ ਲਓ, ਮੋਬਾਈਲ 'ਚ ਸਭ ਕੁਛ ਭਰਿਆ ਜੀ। ਸਾਰਾ ਗੁਰੂ ਗ੍ਰੰਥ ਸਾਹਿਬ ਭਰ ਲਓ, ਅਰਥਾਂ ਸਮੇਤ ਭਰ ਲਓ, ਜੋ ਮਰਜ਼ੀ ਮੋਬਾਈਲ ਭਰ ਲਓ। ਜਦੋਂ ਵੇਖਣ ਲੱਗੇ, ਫਿਰ ਇੱਕ ਇੱਕ ਲਾਈਨ ਕਰਕੇ ਉਹਨੂੰ ਪੜ੍ਹੋ ਅਤੇ ਉਹਦੇ ਅਰਥ ਸਮਝਣ ਦੀ ਕੋਸ਼ਿਸ਼ ਕਰੋ। ਅਰਥ ਆਉਣਗੇ ਤਾਂ ਹੀ ਸਾਡੇ ਮਨ 'ਤੇ ਜਾ ਕੇ ਉਸ ਬਾਣੀ ਦਾ ਅਸਰ ਹੋਵੇਗਾ, ਅਤੇ ਬਾਣੀ ਅਸਰ ਕਰੇਗੀ ਅਤੇ ਤਾਂ ਸਾਡਾ ਮਨ ਬਦਲੇਗਾ। ਅਤੇ ਤਾਂ ਉਹ ਕਹਿੰਦੇ ਨੇ ਗੁਰਮੁਖ ਵਿਚਾਰੇ ਵਿਰਲਾ ਕੋਈ। ਕੋਈ ਵਿਰਲਾ ਟਾਵਾਂ ਗੁਰਮੁਖ ਹੀ ਇਸ ਗੱਲ ਦੀ ਵਿਚਾਰ ਕਰਦਾ ਹੈ। ਰਹੋ ਸਹਿਜ ਭਵੈ ਪ੍ਰਭ ਸਭਨੀ ਥਾਈ,
ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁਤਿਆਂ ਦੇ ਜਗਾਈ, ਸਹਿਜ ਭਵੈ ਪ੍ਰਭ ਸਭਨੀ ਥਾਈ। ਪਰਮਾਤਮਾ ਸਹਿਜ ਸਬਾਈ ਸਾਰੀਆਂ ਥਾਵਾਂ 'ਤੇ ਘੁੰਮਦਾ ਹੈ, ਸਭ ਥਾਵਾਂ 'ਤੇ ਵਸਦਾ, ਸਭ ਥਾਵਾਂ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ, ਕੋਈ ਐਸੀ ਥਾਂ ਨਹੀਂ, ਕਿ ਥਾਵਾਂ ਹੀ ਉਹਨੇ ਬਣਾਈਆਂ, ਅਤੇ ਜੋ ਕੁਛ ਉਹਨੇ ਬਣਾਇਆ ਪਰਮਾਤਮਾ ਦੇ ਵਿੱਚ ਹੈ, ਇਸ ਪ੍ਰਕਾਰ ਸਭ ਥਾਂ 'ਤੇ। ਸਹਿਜ ਭਵੈ ਪ੍ਰਭ ਸਭਨੀ ਥਾਈ। ਆਪਾਂ ਜੇ ਘੁੰਮਣਾ ਫਿਰਨਾ ਆਵੇ, ਪ੍ਰੋਗਰਾਮ ਬਣਾਉਂਦੇ ਹਾਂ ਵੀ ਕੱਲ੍ਹ ਉੱਥੇ ਜਾ ਕੇ ਆਵਾਂਗੇ ਜੀ, ਪਰਮਾਤਮਾ ਤੇ ਸਹਿਜ ਸਬਾਈ ਸਭ ਥਾਵਾਂ 'ਤੇ ਫਿਰਿਆ ਹੈ। ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਕਿਤੇ ਪਰਮਾਤਮਾ ਗੁਪਤ ਰੂਪ 'ਚ, ਕਿਤੇ ਪ੍ਰਗਟ ਰੂਪ 'ਚ ਹੈ। ਇਹ ਬਣਤ ਪਰਮਾਤਮਾ ਨੇ ਆਪ ਬਣਾਈ, ਇਹ ਵਿਧ ਪਰਮਾਤਮਾ ਨੇ ਆਪ ਬਣਾਈ ਹੈ, ਕਿ ਕਿਤੇ ਉਹ ਗੁਪਤ ਹੈ, ਕਿਤੇ ਉਹ ਪ੍ਰਗਟ ਹੈ। ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ ਉਹਨਾਂ ਲਈ ਪ੍ਰਗਟ ਹੈ, ਬਾਕੀ ਵਾਲੇ ਗੁਪਤ ਹੈ। ਆਪੇ ਸੁਤਿਆਂ ਦੇ ਜਗਾਈ। ਆਪ ਹੀ ਜਿਹੜੇ ਸੁੱਤੇ ਹੋਏ ਹਨ। ਇੱਕ ਤਾਂ ਹੁੰਦਾ ਜਿਹੜੀ ਆਪਾਂ ਰਾਤ ਨੂੰ ਨੀਂਦ ਸੌਂਦੇ ਹਾਂ, ਇਹ ਨਹੀਂ, ਉਹ ਤਾਂ ਸੌਣਾ ਹੀ ਸੌਣਾ। ਹਰ ਕੇ ਪਰਮਾਤਮਾ ਨੇ ਦਿਨ ਰਾਤ ਬਣਾਏ ਨੇ, ਉਹਨੇ ਫਿਰ ਠੀਕ ਹੀ ਬਣਾਏ ਨੇ। ਜੇ ਹਮੇਸ਼ਾ ਅਸੀਂ ਜਾਗਣਾ ਹੀ ਹੁੰਦਾ, ਪਰਮਾਤਮਾ ਰਾਤ ਬਣਾਉਂਦਾ ਹੀ ਨਾ। ਉਹਨੇ ਰਾਤ ਇਸੇ ਲਈ ਬਣਾਈ ਕਿ ਰਾਤ ਨੂੰ ਹਨੇਰਾ ਹੁੰਦਾ, ਇਹ ਕੋਈ ਕੰਮ ਨਹੀਂ ਕਰ ਸਕਣਗੇ, ਆਰਾਮ ਕਰ ਲੈਣਾ ਸਾਰਾ ਦਿਨ ਥੱਕੇ ਹੋਏ। ਸੋ ਇਹ ਤਾਂ ਪਰਮਾਤਮਾ ਨੇ ਬਣਾਈ ਹੋਈ ਹੈ। ਉਹ ਆਪ ਹੀ ਸੁੱਤੇ, ਸੁੱਤੇ ਭਾਵ ਜਿਹੜੇ ਮਾਇਆ ਦੇ ਪ੍ਰਭਾਵ 'ਚ ਰੱਬ ਨੂੰ ਭੁੱਲ ਚੁੱਕੇ ਹਨ, ਉਹਨਾਂ ਗੁਰਬਾਣੀ ਦੇ ਸੁੱਤੇ ਨੇ। ਤੁਸੀਂ ਜਾਗਦੇ ਹੋ, ਇੱਕ ਤਾਂ ਊਂ ਜਾਗਣਾ ਜਿਵੇਂ ਦਿਨੇ ਜਾਗਦੇ, ਨਹੀਂ, ਹਮੇਸ਼ਾ ਯਾਦ ਰੱਖਣਾ ਕਿ ਮੈਂ ਪਰਮਾਤਮਾ ਦਾ ਨਾਮ ਜਪਣ ਲਈ ਸੰਸਾਰ 'ਤੇ ਆਇਆ। ਇਸ ਗੱਲ ਨੂੰ ਯਾਦ ਰੱਖਣਾ ਹੀ ਜਾਗਣਾ ਹੈ। ਇਸ ਗੱਲ ਨੂੰ ਭੁੱਲ ਜਾਣਾ ਸੌਣਾ, ਭਾਵੇਂ ਤੁਸੀਂ ਉਂਝ ਦੇਖਣ ਨੂੰ ਜਾਗ ਰਹੇ ਹੋ, ਭਾਵੇਂ ਦੇਖਣ ਨੂੰ ਜਾਗ ਰਹੇ ਹੋ, ਪਰ ਜੇ ਰੱਬ ਦਾ ਨਾਮ ਨਹੀਂ ਲੈ ਰਹੇ, ਰੱਬ ਭੁੱਲ ਗਏ, ਤੁਸੀਂ ਜਾਗਦੇ ਹੋਏ ਵੀ ਸੁੱਤੇ ਹੋਏ ਹੋ। ਪਰ ਜੇ ਸੁੱਤਿਆਂ ਹੋਇਆਂ ਤੁਸੀਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਤੁਸੀਂ ਸੁੱਤੇ ਹੋਏ ਵੀ ਜਾਗ ਰਹੇ ਹੋ। ਇਸ ਕਰਕੇ ਆਪੇ ਸੁੱਤਿਆਂ ਦੇ ਜਗਾਏ, ਆਪ ਹੀ ਸੁੱਤਿਆਂ ਨੂੰ ਜਗਾ ਦਿੰਦਾ ਹੈ। ਹੁਣ ਸੱਜਣ ਠੱਗ ਵਰਗੇ ਸੁੱਤੇ ਹੋਏ ਨੇ, ਠੱਗੀਆਂ ਕਰਦੇ ਲੱਗਾ, ਨਾਮ ਜਪਦਾ ਨਹੀਂ ਹੈਗਾ। ਗੁਰੂ ਮਹਾਰਾਜ ਗਏ, ਸੁੱਤੇ ਨੂੰ ਜਗਾਤਾ ਨਾ, ਸਭ ਠੱਗੀਆਂ ਠੁੱਗੀਆਂ ਛੱਡ ਕੇ ਭਜਨ ਬੰਦਗੀ ਕਰਨ ਲੱਗ ਪਏ। ਕੌਡਾ ਰਾਖੀ ਵੀ ਸੁੱਤਾ ਹੋਇਆ ਸੀ, ਗੁਰੂ ਨਾਨਕ ਗਏ ਜਗਾਤਾ, ਬੰਦੇ ਮਾਰ ਕੇ ਖਾਣੇ ਬੰਦ ਕਰਤੇ, ਨਾਮ ਜਪਣ ਲੱਗੇ ਹੋਏ। ਇਹ ਹੈ ਸੁੱਤਿਆਂ ਨੂੰ ਜਗਾਉਣਾ। ਤਿਸ ਕੀ ਕੀਮਤ ਕਿਨੇ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ। ਤਿਸ ਕੀ ਕੀਮਤ ਕਿਨੇ ਨਾ ਹੋਈ, ਕਿਸੇ ਤੋਂ ਵੀ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕੋਈ ਪਰਮਾਤਮਾ ਦੀ ਕਿਸਮਤ ਨਹੀਂ ਪਾ ਸਕਦਾ। ਕਹਿ ਕਹਿ ਕਥਨ ਕਹਿ ਸਭ ਕੋਈ, ਕਹਿਣ ਨੂੰ ਤਾਂ ਹਰ ਕੀ ਕਹੀ ਜਾਂਦਾ, ਬੜਾ ਪਰਮਾਤਮਾ ਜੀ ਅਨਮੋਲ ਹੈ ਜੀ, ਇਹ ਹੈ ਜੀ, ਉਹ ਹੈ, ਪਰ ਉਹਦੀ ਕੀਮਤ ਕੋਈ ਨਹੀਂ ਪਾ ਸਕਦਾ। ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ। ਹਾਂ, ਜਿਹੜਾ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ, ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਕੀਮਤ ਜਾਣ ਸਕਦਾ ਕਿ ਪਰਮਾਤਮਾ ਕਿੰਨਾ ਮਹਾਨ ਹੈ। ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ। ਸੁਣ ਸੁਣ ਵੇਖੈ ਸ਼ਬਦ ਮਿਲਾਏ, ਪਰਮਾਤਮਾ ਸੁਣ ਵੀ ਰਿਹਾ, ਵੇਖ ਵੀ ਰਿਹਾ, ਅਤੇ ਉਹ ਜੀਵ ਨੂੰ ਪਰ ਆਪਣੇ ਨਾਮ ਰਾਹੀਂ ਆਪਣਾ ਮਨਾ ਲੈਂਦਾ ਹੈ। ਉਹ ਸੁਣ ਰਿਹਾ ਵੀ ਇਹ ਕੀ ਕਹਿ ਰਿਹਾ, ਉਹ ਵੇਖ ਵੀ ਰਿਹਾ ਇਹ ਕੀ ਕਰ ਰਿਹਾ। ਗੁਰਬਾਣੀ ਕਹਿੰਦੇ ਸਦ ਸੁਣਦਾ ਸਦ ਵੇਖਦਾ,
ਪਰਮਾਤਮਾ ਸਦਾ ਹੀ ਸਾਨੂੰ ਸੁਣ ਰਿਹਾ, ਸਦਾ ਹੀ ਸਾਨੂੰ ਵੇਖ ਰਿਹਾ ਹੈ। ਜਿੱਦੇ ਇਸ ਗੱਲ 'ਤੇ 100% ਵਿਸ਼ਵਾਸ ਹੋ ਗਿਆ, ਬਸ 2-4 ਦਿਨਾਂ 'ਚ ਸੰਤ ਬਣ ਜਾਣਗੇ, ਬਸ ਹੋਰ ਕੀ। ਕਿਉਂ? ਫਿਰ ਹੋਰ ਕੁਛ ਕਰ ਹੀ ਨਹੀਂ ਸਕਾਂਗੇ, ਹੋਰ ਕੁਛ ਕਰ ਹੀ ਨਹੀਂ ਸਕਾਂਗੇ, ਕੁਝ ਵੀ ਗਲਤ ਨਹੀਂ ਸੋਚਾਂਗੇ, ਕੁਝ ਵੀ ਗਲਤ ਕਰ ਨਹੀਂ ਸਕਾਂਗੇ। ਨਾਮ ਜਪਣਾ ਪੈਣਾ। ਪਰਮਾਤਮਾ ਵੇਖ ਰਿਹਾ, ਮੈਨੂੰ ਤਾਂ ਨਾਮ ਜਪਣ ਲਈ ਭੇਜਿਆ ਸੀ ਅਤੇ ਮੈਂ ਜਪਦਾ ਨਹੀਂ ਹੈ। ਜਦੋਂ ਬੰਦਾ ਮਾੜਾ ਸੋਚੇਗਾ ਹੀ ਨਹੀਂ, ਮਾੜਾ ਕਰੇਗਾ ਹੀ ਨਹੀਂ, ਅਤੇ ਨਾਮ ਜਪਦਾ ਰਹੇਗਾ, ਫਿਰ ਉਹਨੂੰ ਰੱਬ ਇੱਕ ਦਿਨ ਮਿਲ ਹੀ ਜਾਣਾ। ਸੋ ਨਾ ਕੋਈ ਗੁਰੂ ਤੋਂ ਡਰਦਾ ਅਤੇ ਨਾ ਕੋਈ ਰੱਬ ਤੋਂ ਡਰਦਾ, ਇਸ ਲਈ ਕਿਸੇ ਨੂੰ ਮਿਲਦਾ ਨਹੀਂ ਹੈਗਾ। ਜਿੰਨਿਆਂ ਨੂੰ ਤੁਸੀਂ ਜਾਣਦੇ, ਕਿਸੇ ਨੂੰ ਵੀ ਨਹੀਂ ਮਿਲਿਆ ਅਜੇ ਤੱਕ ਰੱਬ, ਕਿਸੇ ਨੂੰ ਨਹੀਂ ਮਿਲਿਆ, ਕਿਉਂਕਿ ਨਾ ਕੋਈ ਰੱਬ ਤੋਂ ਡਰਦਾ, ਨਾ ਕੋਈ ਗੁਰੂ ਤੋਂ ਡਰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਵੱਡੀ ਵਡਿਆਈ ਗੁਰ ਸੇਵਾ 'ਤੇ ਪਾਈ। ਗੁਰੂ ਦੀ ਸੇਵਾ ਕਰਕੇ ਮਨੁੱਖ ਨੂੰ ਬਹੁਤ ਵੱਡੀ ਵਡਿਆਈ ਪ੍ਰਾਪਤ ਹੁੰਦੀ, ਸਦਾ ਰਹਿਣ ਵਾਲੀ ਵਡਿਆਈ ਪ੍ਰਾਪਤ ਹੁੰਦੀ। ਨਾਨਕ ਨਾਮ ਰਤੇ ਹਰ ਨਾਮ ਸਮਾਏ। ਜਿਹੜੇ ਨਾਮ ਨਾਲ ਰੰਗੇ ਗਏ, ਨਾਮ ਜਪਦਿਆਂ ਜਪਦਿਆਂ ਨਾਮ ਦਾ ਰੰਗ ਚੜ੍ਹਦਾ। ਜਿਹੜੇ ਨਾਮ ਨਾਲ ਰੰਗੇ ਗਏ ਹਰ ਨਾਮ ਸਮਾਏ, ਉਹ ਹਰੀ ਦੇ ਨਾਮ ਵਿੱਚ ਹੀ ਲੀਨ ਹੋ ਗਏ। ਨਾਮ 'ਚ ਲੀਨ ਹੋ ਗਏ ਕਿ ਹਰੀ 'ਚ ਲੀਨ ਹੋ ਗਏ, ਇੱਕੋ ਹੀ ਗੱਲ ਹੈ। ਨਾਮ ਜਪਦਿਆਂ ਜਪਦਿਆਂ ਨਾਮ ਦਾ ਰੰਗ ਚੜ੍ਹਦਾ, ਫਿਰ ਪਰਮਾਤਮਾ ਦੇ ਵਿੱਚ ਹੀ ਉਹ ਲੀਨ ਹੋ ਜਾਂਦੇ ਹਨ। ਇਸ ਲਈ ਸ਼ੁਭ ਕਰਮ ਕਰਦੇ ਰਹਿਣਾ, ਬਸ ਨਾਮ ਜਪਦੇ ਰਹਿਣਾ, ਬਾਕੀ ਸਾਰਾ ਕੰਮ ਗੁਰੂ ਅਤੇ ਪਰਮਾਤਮਾ ਦਾ ਹੈ। ਅਸੀਂ ਆਪਣੀ ਡਿਊਟੀ ਦੇਣੀ ਹੈ, ਉਹਨਾਂ ਨੇ ਆਪਣੀ ਡਿਊਟੀ ਦੇਣੀ ਹੈ। ਜੇ ਅਸੀਂ ਆਪਣੀ ਡਿਊਟੀ ਕਰਦੇ ਰਹੀਏ, ਕਰਮਚਾਰੀ ਆਪਣੀ ਡਿਊਟੀ ਕਰੇ, ਕੁਛ ਨਹੀਂ ਅਫਸਰ ਉਹਨੂੰ ਕਹਿੰਦਾ, ਉਹ ਨਹੀਂ ਕਰ ਰਿਹਾ ਤਾਂ ਹੀ ਹੁੰਦਾ ਵੀ ਤੂੰ ਵਿਹਲਾ ਬੈਠਾ, ਕੰਮ ਨਹੀਂ ਕਰਦਾ ਹੈਗਾ। ਉੱਪਰ ਔਡਰ ਆਏ ਨੇ, ਅਸੀਂ ਤਿਆਰ ਕਰ ਦਿਓ ਫਟਾਫਟ, ਅਸੀਂ ਭੇਜਣਾ ਭਾਈ, ਤਿਆਰ ਕਰੋ। ਕਈ ਵਾਰੀ ਜਦ ਸੈਸ਼ਨ ਚੱਲ ਰਿਹਾ ਤਾਂ ਸੰਵਿਧਾਨ ਸਭਾ ਦਾ, ਤਾਂ ਐਜੂਕੇਸ਼ਨ ਮਿਨਿਸਟਰ ਦਾ ਕੋਈ ਨਾ ਕੋਈ ਪ੍ਰਸ਼ਨ ਪੁੱਛ ਲੈਂਦਾ ਸੀ। ਉਹ ਕਹਿੰਦੇ ਮੈਂ 5 ਦਿਨਾਂ 'ਚ ਜਵਾਬ ਦੇਵਾਂਗਾ। ਉਹਨੇ ਸਾਰੇ ਡੀਓਜ਼ ਨੂੰ ਲੈਟਰ ਕੱਢ ਦੇਣਾ, ਡੀਓਜ਼ ਨੇ ਹੈਡਮਾਸਟਰ ਨੂੰ ਕੱਢ ਦੇਣਾ ਵੀ ਆਹ ਇਨਫੋਰਮੇਸ਼ਨ ਛੇਤੀ ਤੋਂ ਛੇਤੀ ਭੇਜੋ। ਇਸ ਲਈ ਅਸੀਂ ਵਿਦਿਆਰਥੀ ਨੂੰ ਪੜ੍ਹਾਉਣਾ ਬੰਦ ਕਰਕੇ ਉਹ ਪਹਿਲਾਂ ਤਿਆਰ ਕਰਕੇ ਦਿੰਦੇ ਸੀ ਵੀ ਉਹ ਛੇਤੀ ਚੀਜ਼ ਚਾਹੀਦੀ ਹੈ, ਉਹ ਤਿਆਰ ਕਰਕੇ ਪ੍ਰਿੰਸੀਪਲ ਅੱਗੇ ਤਿਆਰ ਕਰਕੇ ਭੇਜ ਦੇਣੀ ਹੈ, ਅਸੀਂ ਆਪਣਾ ਫਿਰ ਕੰਮ ਲੱਗ ਜਾਣਾ ਕਰਨ। ਸੋ ਇਸ ਲਈ ਕੁਝ ਕੰਮ ਬਹੁਤ ਜ਼ਰੂਰੀ ਹੁੰਦੇ ਨੇ, ਅਤੇ ਧਰਮ ਕਹਿੰਦਾ ਸਾਰੇ ਜ਼ਰੂਰੀ ਕੰਮਾਂ ਦੇ ਵਿੱਚੋਂ ਜ਼ਰੂਰੀ ਕੰਮ ਹੈ ਨਾਮ ਜਪਣਾ, ਅਤੇ ਸਾਰੇ ਕੰਮਾਂ 'ਚੋਂ ਸ੍ਰੇਸ਼ਟ ਕੰਮ ਹੈ ਨਾਮ ਜਪਣਾ। ਇਹ ਨਾਮ ਜਪਣਾ ਚਾਹੀਦਾ। ਸੋ ਗੁਰੂ ਮਹਾਰਾਜ ਕਹਿੰਦੇ, ਗੌੜੀ ਗੁਆਰੇਰੀ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਫਿਰ ਪ੍ਰਵਾਨ ਕਰਦੇ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜਿਨ ਨਾਮ ਪਿਆਰ। ਕਹਿੰਦੇ ਮਨਮੁਖ ਸੁੱਤਾ, ਕਿ ਮਨਮੁਖ ਹੈ ਨਾ, ਆਪਣੀ ਮਰਜ਼ੀ ਕਰਦਾ ਹੈ। ਮਨਮੁਖ ਸੂਤਾ, ਕਿਉਂ ਸੁੱਤਾ ਹੈ? ਮਾਇਆ ਮੋਹ ਪਿਆਰ, ਮਾਇਆ ਨਾਲ ਪਿਆਰ ਹੈ, ਮਾਇਆ ਨਾਲ ਮੋਹ ਹੈ, ਮਾਇਆ ਨਾਲ ਪਿਆਰ ਹੈ, ਸਾਰਾ ਧਿਆਨ ਮਾਇਆ ਵੱਲ ਹੈ, ਰੱਬ ਵੱਲੋਂ ਸੌਂ ਗਿਆ ਹੈ, ਰੱਬ ਵੱਲੋਂ ਸੁੱਤਾ ਹੋਇਆ। ਜਿਹੜਾ ਗੁਰਮੁਖ ਹੈ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਗੁਰਮੁਖ ਜਾਗਦਾ ਕਿਉਂਕਿ ਪਰਮਾਤਮਾ ਦੇ ਗੁਣਾਂ ਨੂੰ, ਪਰਮਾਤਮਾ ਦੇ ਗਿਆਨ ਦੀ ਵਿਚਾਰ ਕਰਦਾ ਹੈ, ਉਹ ਰੱਬੀ ਗੁਣਾਂ ਦੀ ਵਿਚਾਰ ਕਰਦਾ ਹੈ, ਉਹਦੇ ਗਿਆਨ ਦੀ ਵਿਚਾਰ ਕਰਦਾ ਹੈ। ਇਸ ਲਈ ਜਾਗਦਾ ਹੈ ਕਿ ਪਤਾ ਲੱਗ ਗਿਆ ਵੀ ਨਾਮ ਜਪਣਾ। ਆਪਣੀ ਡਿਊਟੀ ਨੂੰ ਯਾਦ ਰੱਖਣਾ, ਇਹੀ ਜਾਗਣਾ ਹੈ ਵੀ ਮਨੁੱਖਾ ਜੀਵਨ ਦੀ ਡਿਊਟੀ ਕੀ ਹੈ। ਜੇ ਗੁਰਬਾਣੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਾਜੇ
ਕੇਵਲ ਨਾਮ। ਅਵਰ ਕਾਜ ਕਿਹੜੇ ਹਨ? ਹੁਣ ਸਵਾਲ ਪਿਆ, ਅਵਰ ਕਾਜ ਕਿਹੜੇ ਨੇ? ਆਹ ਜਿਹੜੀ ਤੁਸੀਂ ਡਿਊਟੀ ਦਿੰਦੇ ਹੋ, ਨੌਕਰੀ ਕਰਦੇ ਹੋ, ਇਹ ਅਵਰ ਕਾਜ ਨਹੀਂ। ਜੇ ਕਰੋਗੇ ਤਾਂ ਰੋਟੀ ਕਿੱਥੋਂ ਖਾਓਗੇ? ਅਵਰ ਕਾਜ ਉਹ ਕਾਜ ਨੇ ਜਿਹੜੇ ਗੁਰਬਾਣੀ ਦੇ ਵਿਰੁੱਧ ਨੇ। ਚੋਰੀ ਕਰਨਾ, ਡਾਕੇ ਮਾਰਨਾ, ਠੱਗੀਆਂ ਕਰਨਾ, ਮਿਲਾਵਟ ਕਰਨਾ, ਵਾਰਾਗਰਦੀ ਕਰਨਾ, ਨਸ਼ੇ ਕਰਨਾ, ਲੁੱਟਣਾ, ਖੋਹਣਾ, ਕੁੱਟਣਾ, ਮਾਰਨਾ, ਇਹ ਅਵਰ ਕਾਜ ਨੇ। ਕਹਿੰਦੇ ਤੇਰੀ ਕਿਸੇ ਕੰਮ ਨਹੀਂ ਹੋਣੀ। ਇਹ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੈਗੇ। ਇਹਨਾਂ ਨੂੰ ਅਵਰ ਕਾਜ ਕਹਿੰਦੇ। ਕਿਤੇ ਕਹੋ ਜੀ ਹਾਂ ਜਿਹੜੇ ਅਸੀਂ ਕੰਮ ਕਰਦੇ ਤੇ ਕਿਸੇ ਕੰਮ ਹੀ ਨਹੀਂ ਹੈਗੇ। ਕੰਮ ਕਰਨ ਦਾ ਗੁਰੂ ਨਾਨਕ ਨੇ ਸਾਨੂੰ ਹੁਕਮ ਕੀਤਾ ਹੋਇਆ ਵੀ ਮੇਰਾ ਸਿੱਖ ਵਿਹਲਾ ਨਹੀਂ ਬੈਠੇਗਾ, ਮੇਰਾ ਸਿੱਖ ਕਮਾ ਕੇ ਖਾਏਗਾ। ਫਿਰ ਕੰਮ ਤਾਂ ਕਰਨਾ ਪੈਣਾ। ਇਸ ਲਈ ਸਮਝਣਾ ਜਦ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਆ ਜਿਹੜੇ ਤੂੰ ਮਾੜੇ ਕੰਮ ਕਰਦੇ ਜੋ ਗੁਰਬਾਣੀ ਦੇ ਵਿਰੁੱਧ ਕੰਮ ਨੇ, ਇਹ ਤੇਰੀ ਆਤਮਾ ਦੇ ਕੰਮ ਨਹੀਂ ਹੋਣੇ। ਇਹਨਾਂ ਤੈਨੂੰ ਕੋਈ ਲਾਭ ਨਹੀਂ ਹੋਣਾ। ਇਸ ਇਹਨਾਂ ਨੂੰ ਛੱਡ ਤੇ ਪਰਮਾਤਮਾ ਦਾ ਨਾਮ ਜਪ। ਸੋ ਉਹ ਕਰਮ ਜਿਹੜੇ ਗੁਰਬਾਣੀ ਦੇ ਵਿਰੁੱਧ ਹਨ, ਉਹਨਾਂ ਨੂੰ ਕਿਹਾ ਅਵਰ ਕਾਜ। ਵੀ ਇੱਕ ਤੇ ਕੰਮ ਤੇਰੇ ਕਿਸੇ ਕੰਮ ਨਹੀਂ ਹੋਣੇ। ਸੇ ਜਨ ਜਾਗੇ ਜਿਨ ਨਾਮ ਪਿਆਰ। ਕੌਣ ਜਾਗਦੇ ਨੇ? ਜਿਹਨਾਂ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ। ਨਾਮ ਨਾਲ ਪਿਆਰ ਹੈ ਤਾਂ ਫਿਰ ਨਾਮ ਜਪਲ ਉੱਠਣਗੇ ਕਿ ਨਹੀਂ? ਸਾਵਧਾਨ ਹੋਣਗੇ ਨਾ। ਸੋ ਜਿਹਨਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ, ਕਹਿੰਦਾ ਅਸਲ 'ਚ ਉਹ ਜਾਗ ਪਏ ਹਨ। ਸਹਜੇ ਜਾਗੈ ਸਵੈ ਨ ਕੋਇ, ਪੂਰੇ ਗੁਰ ਤੇ ਬੂਝੈ ਜਨ ਕੋਇ। ਪੂਰੇ ਗੁਰੂ ਤੋਂ ਕਿਸੇ ਵਿਰਲੇ ਟਾਵੇਂ ਵਿਅਕਤੀ ਨੂੰ ਸਮਝ ਆਉਂਦੀ ਹੈ ਕਿ ਸਹਜੇ ਜਾਗੈ ਸਵੈ ਨ ਕੋਇ। ਉਹ ਸਹਿ ਸੁਭਾ ਜਾਗਦਾ ਰਹਿੰਦਾ ਅਤੇ ਸੌਂਦਾ ਹੀ ਨਹੀਂ, ਸੌਂਦਾ ਹੀ ਨਹੀਂ। ਇਹ ਸਿੱਧੇ ਅਰਥ ਨਹੀਂ ਲੈ ਲੈਣਾ ਵੀ ਸੌਂਦਾ ਨਹੀਂ, ਵੀ ਰਾਤ ਪਰ ਜਾਗਦੇ ਰਹਿੰਦੇ ਨੇ। ਜਾਗਣ ਦਾ ਮਤਲਬ ਭਾਵ ਹੈ ਹਮੇਸ਼ਾ ਸੁਚੇਤ ਰਹਿਣਾ ਕਿ ਮੈਂ ਸੰਸਾਰ 'ਚ ਮਨੁੱਖਾ ਜੀਵਨ ਲੈ ਕੇ ਕੀ ਕਰਨਾ ਹੈ। ਇਹਨੂੰ ਯਾਦ ਰੱਖਣਾ ਹਮੇਸ਼ਾ, ਇਹ ਜਾਗਣਾ ਹੈ। ਅਤੇ ਜਿਹੜਾ ਇਸ ਤਰ੍ਹਾਂ ਜਾਗਦਾ ਉਹ ਕਦੇ ਸੌਂਦਾ ਹੀ ਨਹੀਂ ਹੈ। ਉਹ ਸੁੱਤਾ ਹੋਇਆ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਅਗਰ ਤੁਸੀਂ ਦਿਨ ਭਰ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਹੋ ਤਾਂ ਤੁਹਾਡੀ ਰਸਨਾ ਗੀਦੀ ਬੋਲਤ ਰਾਮ। ਰਸਨਾ ਜਿਹੜੀ ਹੈ ਰਾਮ ਰਾਮ ਕਰਨ ਦੀ ਆਦੀ ਹੋ ਜਾਂਦੀ ਹੈ। ਜਿਹਨੇ ਤੁਸੀਂ ਵਾਹਿਗੁਰੂ 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 ਕਰਦੇ ਰਹੇ, ਰਾਤ ਨੂੰ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਇਹ ਜੀਵ ਕਰਦੀ ਰਹਿੰਦੀ, ਆਪਣੇ ਵੀ ਕਰਦੀ ਰਹਿੰਦੀ। ਇਸ ਲਈ ਰਾਤ ਦੀ ਚਿੰਤਾ ਨਹੀਂ ਕਰਨੀ, ਦਿਨ ਦੀ ਕਰਨੀ। ਵੀ ਕੀ ਅਸੀਂ ਦਿਨ ਨੂੰ ਲੇਖੇ ਲਾਇਆ? ਜਿੰਨਾ ਸਾਡੇ ਕੋਲ ਆਪਣੀਆਂ ਡਿਊਟੀਆਂ ਦੇ ਕੇ ਸਮਾਂ ਬਚਿਆ ਸੀ, ਕੀ ਉਹਦੇ ਕੋਈ ਅਸੀਂ ਅਵਰ ਕਾਜ ਤਾਂ ਨਹੀਂ ਕਰਦੇ ਰਹੇ? ਕੀ ਅਸੀਂ ਵਿਹਲੇ ਸਮੇਂ 'ਚ ਅਵਰ ਕਾਜ ਤਾਂ ਨਹੀਂ ਕਰਦੇ ਰਹੇ? ਅਤੇ ਜੇ ਅਵਰ ਕਾਜ ਕਰਦੇ ਰਹੇ ਹਾਂ ਤਾਂ ਗੁਰਬਾਣੀ ਕਹਿੰਦੇ ਉਹ ਤੁਹਾਡੇ ਕਿਸੇ ਕੰਮ ਹੀ ਨਹੀਂ ਹੈਗੀ, ਉਹ ਤਾਂ ਕਿਸੇ ਕੰਮ ਨਹੀਂ। ਸੋ ਜਦੋਂ ਵੀ ਵਿਹਲਾ ਸਮਾਂ ਮਿਲੇ ਆਪਣੀ ਡਿਊਟੀ ਤੋਂ, ਜੋ ਵੀ ਕੰਮ ਧੰਦਾ ਕੋਈ ਕਰਦਾ, ਕੋਈ ਦੁਕਾਨਦਾਰੀ ਕਰ ਰਿਹਾ, ਕੋਈ ਵਪਾਰ ਕਰ ਰਿਹਾ, ਜੋ ਵੀ ਮਜ਼ਦੂਰੀ ਕਰ ਰਿਹਾ, ਜਿੰਨਾ ਵੀ ਸਮਾਂ ਦੇਖੋ 5 ਘੰਟੇ 4 ਘੰਟੇ 8 ਜਿੰਨਾ ਸਮਾਂ ਵੀ ਬਚਦਾ ਹੈ, ਉਹਨੇ ਖਿਆਲ ਰੱਖਣਾ ਕਿ ਇਸ ਵਿਹਲੇ ਸਮੇਂ 'ਚ ਮੈਂ ਕੋਈ ਅਵਰ ਕਾਜ ਤਾਂ ਨਹੀਂ ਕਰ ਰਿਹਾ। ਕੀ ਜੋ ਗੁਰਬਾਣੀ ਕਹਿੰਦੇ ਉਹ ਕੰਮ ਕਰੇ ਫਿਰ ਠੀਕ ਹੈ, ਫਿਰ ਉਹ ਕੰਮ ਕਰੇ ਫਿਰ ਠੀਕ ਹੈ। ਅਤੇ ਜੇ ਅਵਰ ਕਾਜ ਨੇ ਤਾਂ ਫਿਰ ਉੱਥੇ ਪੁੱਛ ਗਿੱਛ ਹੋਣੀ ਹੈ ਵੀ ਜੋ ਤੈਨੂੰ ਵਿਹਲਾ ਸਮਾਂ ਮਿਲਿਆ ਸੀ ਤੂੰ ਨਾਮ ਕਿਉਂ ਨਹੀਂ ਜਪਿਆ? ਅੱਗੇ ਕਹਿੰਦੇ ਅਸੰਤ ਅਨਾੜੀ ਕਦੇ ਨਾ ਬੂਝੇ। ਅਸੰਤ ਦਾ ਨਾਸਤਕ, ਮਨਮੁਖ, ਅਨਾੜੀ ਅਗਿਆਨੀ ਹੈ। ਮਨਮੁਖ ਅਗਿਆਨੀ ਹੁੰਦਾ, ਕਦੇ ਨਾ ਬੂਝੇ। ਇਹਨੂੰ ਤਾਂ ਕਦੇ ਸੋਝੀ ਨਹੀਂ ਆਉਂਦੀ, ਇਹਨੂੰ ਤਾਂ ਸੋਝੀ ਨਹੀਂ ਆਉਂਦੀ। ਕਥਨੀ ਕਰੇ ਤੈ ਮਾਇਆ ਨਾਲ ਲੂਝੇ। ਗੱਲਾਂ ਤਾਂ ਕਰਦਾ ਬਥੇਰੀਆਂ, ਪਰ ਮਾਇਆ ਦੀ ਖਾਤਰ ਲੋਕਾਂ ਨਾਲ ਲੜਦਾ ਰਹਿੰਦਾ ਹੈ।
ਵੀ ਹੋਰ ਮਾਇਆ ਚਾਹੀਦੀ ਹੈ, ਹੋਰ ਮਾਇਆ ਚਾਹੀਦੀ। ਸਾਰਾ ਧਿਆਨ ਉਹਦਾ ਮਾਇਆ ਵੱਲ ਹੈ, ਇਸ ਲਈ ਉਹਨੂੰ ਸੋਝੀ ਨਹੀਂ ਆਉਂਦੀ ਕਿ ਮੈਂ ਜਿੱਥੇ ਨਾਮ ਜਪਣਾ ਹੈ, ਨਾ ਕਿ ਮਾਇਆ ਇਕੱਠੀ ਕਰਨਾ ਹੈ। ਅਸੀਂ ਸਿਰਫ ਇੱਕੋ ਧਨ ਇਕੱਠਾ ਨਹੀਂ ਕਰਨਾ ਹੈ, ਅਸੀਂ ਦੋਨੋਂ ਧਨ ਇਕੱਠੇ ਕਰਨਾ। ਨਾਮ ਧਨ ਵੀ ਇਕੱਠਾ ਕਰਨਾ, ਇਹ ਸਾਡੇ ਆਏਗਾ ਆਤਮਾ ਦੇ ਕੰਮ। ਸੰਸਾਰਿਕ ਧਨ ਵੀ ਇਕੱਠਾ ਕਰਨਾ, ਇਹ ਸਾਡੇ ਆਏਗਾ ਸਰੀਰ ਦੇ ਕੰਮ। ਅਸੀਂ ਸਰੀਰ ਵੀ ਹਾਂ ਅਤੇ ਮਨ ਵੀ ਹਾਂ। ਜੇ ਸਰੀਰ ਸੁਖੀ ਹੈ ਅਤੇ ਮਨ ਦੁਖੀ ਹੈ ਤਾਂ ਵੀ ਅਸੀਂ ਸੁਖੀ ਨਹੀਂ। ਮਨ ਸੁਖੀ ਹੈ ਅਤੇ ਸਰੀਰ ਦੁਖੀ ਹੈ ਤਾਂ ਵੀ ਅਸੀਂ ਸੁਖੀ ਨਹੀਂ। ਸੁਖੀ ਤਾਂ ਅਸੀਂ ਉਦੋਂ ਹੋਵਾਂਗੇ ਜਦੋਂ ਸਰੀਰ ਕਰਕੇ ਅਤੇ ਮਨ ਕਰਕੇ ਦੋਨਾਂ ਕਾਰਨ ਸੁਖੀ। ਅਤੇ ਗੁਰਬਾਣੀ ਕਹਿੰਦੇ ਸਰੀਰਕ ਸੁੱਖ ਮਿਲਦੇ ਨੇ ਸੰਸਾਰਿਕ ਮਾਇਆ ਤੋਂ, ਅਤੇ ਜੇ ਮਾਨਸਿਕ ਸੁੱਖ ਨੇ ਇਹ ਮਿਲਦੇ ਨਾਮ ਤੋਂ। ਗੁਰੂ ਨਾਨਕ ਦੇਵ ਜੀ ਨੇ ਸਿੱਖ ਦੀ ਜ਼ਿੰਦਗੀ ਨੂੰ ਬੈਲੈਂਸਡ ਰੱਖਿਆ ਹੋਇਆ, ਇੱਕ ਪਾਸੜ ਨਹੀਂ ਬਣਾਇਆ, ਇੱਕ ਪਾਸੜ ਨਹੀਂ ਬਣਾਇਆ। ਪੁਰਾਣੇ ਜ਼ਮਾਨੇ ਘਰ ਬਾਰ ਛੱਡ ਜਾਓ ਜੀ, ਜੰਗਲਾਂ 'ਚ ਬੈਠੇ ਰਹੋ ਜੀ, ਨਾ ਕੋਈ ਖਾਣ ਦਾ ਨਾ ਕੋਈ ਪਹਿਨਣ ਦਾ, ਭੁੱਖੇ ਰਹੋ ਜੀ, ਪੁੱਠੇ ਲਟਕਦੇ ਰਹੋ ਜੀ, ਇੱਕ ਲੱਤ 'ਤੇ ਖੜ੍ਹੇ ਰਹੋ ਜੀ, ਧੁੱਪੇ ਬੈਠੇ ਰਹੋ ਜੀ, ਸਵਾ 100 ਘੜਾ ਠੰਡੇ ਪਾਣੀ ਦਾ ਸਿਰ 'ਚ ਪਾਓ ਜੀ। ਇਹ ਇੱਕ ਪਾਸੜ ਜ਼ਿੰਦਗੀ ਹੈ। ਨਹੀਂ, ਅਸੀਂ ਇੱਕ ਪਾਸੜ ਜ਼ਿੰਦਗੀ ਨਹੀਂ ਜਿਉਣੀ, ਸਾਨੂੰ ਦੋਨੋਂ ਪਾਸੇ ਚਾਹੀਦੇ ਨੇ, ਸੰਸਾਰ ਵੀ ਅਤੇ ਪਰਮਾਤਮਾ ਵੀ। ਸੰਸਾਰ 'ਚ ਰਹਿਣਾ ਅਤੇ ਗੁਰਬਾਣੀ ਕਮਲ ਫੁੱਲ ਦੀ ਤਰ੍ਹਾਂ ਰਹਿਣਾ ਹੈ। ਰਹਿਣਾ ਸੰਸਾਰ 'ਚ ਹੀ ਹੈ, ਰਹਿਣਾ ਇਹਨਾਂ ਬੁਰਾਈਆਂ 'ਚ ਹੀ ਹੈ, ਪਰ ਪਰਮਾਤਮਾ ਦਾ ਓਟ ਅਤੇ ਗੁਰੂ ਦਾ ਓਟ ਆਸਰਾ ਲੈ ਕੇ ਨਾ ਬੁਰਾਈਆਂ ਤੋਂ ਬਚ ਕੇ ਰਹਿਣਾ। ਬਸ ਇਹ ਹੈ ਕਮਲ ਫੁੱਲ। ਕਮਲ ਜਿਹੜਾ ਇਹਦਾ ਬੂਟਾ ਹੈ ਇਹ ਪਾਣੀ 'ਚ ਹੁੰਦਾ, ਪਰ ਇਹ ਪਾਣੀ ਤੋਂ ਉੱਪਰ ਰਹਿੰਦਾ ਫੁੱਲ। ਇੱਕ ਵਾਰੀ ਕੀ ਹੋਇਆ, ਮੈਂ ਕਿਹਾ ਜੇ ਅਚਾਨਕ ਪਾਣੀ ਵੱਧ ਜੇ ਇਹ ਤਾਂ ਡੁੱਬ ਜੂ। ਇੱਕ ਵਜੇ ਮੈਂ ਸਰਵਿਸ ਕਰਦਾ ਘਨੌਰ, ਅਤੇ ਬਹੁਤ ਜ਼ਿਆਦਾ ਮੀਂਹ ਪੈ ਗਿਆ, ਪਾਣੀ ਸੜਕਾਂ ਦੇ ਉੱਤੋਂ ਦੀ ਚੱਲਣ ਲੱਗੇ। ਮੈਂ ਲੈ ਕੇ ਵੀ ਜਿਹੜੇ ਖਤਾਨਾਂ 'ਚ ਕਮਲ ਦੇ ਬੂਟੇ ਸਨ ਅੱਜ ਤਾਂ ਡੁੱਬ ਗਏ ਹੋਣਗੇ। ਗੁਰਬਾਣੀ ਕਹਿੰਦੇ ਫੁੱਲ ਉੱਪਰ ਰਹਿੰਦਾ, ਦੇਖਦਾ ਅੱਜ ਸੜਕ ਦੇ ਉੱਤੋਂ ਦੀ ਪਾਣੀ ਕ੍ਰੋਸ ਕਰ ਰਿਹਾ, ਬਸ ਹੌਲੀ ਹੌਲੀ ਚਲਾ ਰਿਹਾ ਸੀ ਉਹ ਵੀ, ਹਾਂ, ਤਾਂ ਜੋ ਸੜਕ ਦਿਸਦੀ ਰਹੇ ਥੋੜ੍ਹੀ। ਮੈਂ ਨਿਗਾਹ ਆ ਰਹੀ, ਹਾਂ, ਉਹ ਦੇਖੋ ਉਹ ਫੁੱਲ ਪਾਣੀ ਦੇ ਉੱਪਰ, ਲੱਕ ਪਾਣੀ ਖਤਾਨਾਂ 'ਚ ਹੋ ਗਿਆ। ਪਹਿਲਾਂ ਗੋਡੇ ਗੋਡੇ ਸੀ ਬੂਟਾ, ਉਹ ਰਾਤੇ ਰਾਤ ਜਿਉਂ ਜਿਉਂ ਪਾਣੀ ਵਧ ਗਿਆ ਬੂਟਾ ਉੱਚਾ ਹੋਈ ਗਿਆ, ਫੁੱਲ ਪਾਣੀ ਦੇ ਉੱਪਰ। ਮੈਂ ਹਾਂ, ਤਾਂ ਹੀ ਕਮਲ ਕਿਹਾ ਵੀ ਕਿਹੋ ਜਿਹੇ ਵੀ ਹਾਲਾਤ ਆ ਜਾਣ, ਤੁਸੀਂ ਜਿਹੜਾ ਹੈ ਇਹ ਸੰਸਾਰਿਕ ਦਲਦਲ ਤੋਂ ਉੱਪਰ ਰਹਿਣਾ। ਕਿੰਨੀਆਂ ਵੀ ਆਲੇ ਦੁਆਲੇ ਬੁਰਾਈਆਂ ਕਿਉਂ ਨਾ ਹੋਣ, ਧਰਮ ਕਹਿੰਦਾ ਤੁਸੀਂ ਉਹਦੇ ਤੋਂ ਬਚ ਕੇ ਰਹਿਣਾ ਹੈ। ਅਤੇ ਇਹ ਉਨਾ ਚਿਰ ਬੰਦਾ ਨਹੀਂ ਬਚਦਾ ਜਿੰਨਾ ਚਿਰ ਇਹ ਗੁਰੂ ਅਤੇ ਪਰਮਾਤਮਾ ਦਾ ਓਟ ਆਸਰਾ ਨਹੀਂ ਲੈਂਦਾ। ਇਹ ਮਨ ਹੈ, ਮਨ ਵੱਡਿਆਂ ਦੀ ਮੱਤ ਮਾਰ ਦਿੰਦਾ ਹੈ, ਕਿਉਂਕਿ ਅਸੀਂ ਜੇ ਪੂਰੇ ਗੁਰਮੁਖ ਨਹੀਂ ਹੋਏ, ਟੂ ਬੀ ਵੈਰੀ ਫਰੈਂਕ, ਜਿੰਨੇ ਵੀ ਹੈ ਮੇਰੇ ਸਮੇਤ, ਅਸੀਂ ਪੂਰੇ ਗੁਰਮੁਖ ਨਹੀਂ ਹੋਏ। ਠੀਕ ਹੈ, ਕਾਫੀ ਗੁਰਮੁਖ ਹੋ ਗਏ, ਪਰ ਅਜੇ ਵੀ ਬਹੁਤ ਹਿੱਸਾ ਸਾਡਾ ਮਨਮੁਖਾਂ ਵਾਲਾ। ਤਾਂ ਜਦੋਂ ਮਨਮੁਖਾਂ ਵਾਲਾ ਹਿੱਸਾ ਓਵਰ ਪਾਵਰ ਕਰੇਗਾ, ਅਸੀਂ ਕੁਝ ਗਲਤੀ ਕਰ ਸਕਦੇ ਹਾਂ। ਸਿਮਰਨ ਕਰਕੇ ਉੱਪਰ ਚੜ੍ਹਾਈ ਚੜ੍ਹੀ, ਕੁਝ ਗਲਤੀ ਹੋ ਗਈ, ਚੱਲ ਹੇਠਾਂ ਨੂੰ। ਫਿਰ ਲੱਗੇ ਰਹੇ 5-10 ਸਾਲ, ਫਿਰ ਉੱਪਰ ਚੜ੍ਹਾਈ ਹੋਈ, ਫਿਰ ਕੁਝ ਗਲਤੀ ਕਰ ਲਈ, ਚੱਲ ਹੇਠਾਂ ਨੂੰ। ਕਈ ਵਾਰੀ ਅਸੀਂ ਮੰਜ਼ਿਲ 'ਤੇ ਨਹੀਂ ਇੱਕ ਜੀਵਨ 'ਚ ਪਹੁੰਚ ਸਕਦੇ। ਜੇ ਲਗਾਤਾਰ ਚੜ੍ਹਾਈ ਚੜ੍ਹਦੇ ਜਾਈਏ, ਭਾਵੇਂ ਸਲੋ ਹੀ ਚੜ੍ਹਦੇ ਜਾਈਏ, ਹੇਠਾਂ ਨੂੰ ਨਾ ਡਿੱਗੀਏ, ਤਿਲਕੀਏ ਨਾ, ਤਾਂ ਕਦੇ ਨਾ ਕਦੇ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਹੋ ਜਾਂਦਾ, ਕਿਉਂਕਿ ਅਸੀਂ ਪੂਰੇ ਗੁਰਮੁਖ ਨਹੀਂ ਹੋਏ, ਕੁਝ ਪਰਸੈਂਟ ਅਸੀਂ ਮਨਮੁਖ ਹਾਂ। ਜਦੋਂ ਉਹ ਪਾਸਾ ਭਾਰੂ ਹੋ ਜਾਂਦਾ ਹੈ, ਸਾਡੇ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਉਹ ਕੀਤਾ ਕਰਿਆ ਸਾਡਾ ਕੀ ਹੋ ਜਾਂਦਾ ਹੈ, ਮੁੜ ਕੇ ਲੱਗੇ ਰਹੋ। ਅਪਰਾਤਨ ਸਾਧੂਆਂ ਨਾਲ ਜੰਗਲਾਂ 'ਚ ਬੈਠੇ ਹਾਂ ਜੀ, ਹਜ਼ਾਰਾਂ ਸਾਲ ਕਦੇ ਤਪੱਸਿਆ ਕੀਤੀ,
ਫਿਰ ਜਿਹੜਾ ਇੰਦਰ ਸੀ ਰਾਜਾ ਸਵਰਗ ਦਾ, ਉਹਨੂੰ ਖਤਰਾ ਹੋ ਗਿਆ ਵੀ ਜਿਹੜਾ ਹੇਠਾਂ ਸਾਧ ਬੈਠੇ ਨਾ, ਇਹ ਮੇਰੇ ਤੋਂ ਰਾਜ ਖੋਹੂਗਾ। ਇਹਦੀ ਭਜਨ ਬੰਦਗੀ ਬਹੁਤ ਹੋ ਰਹੀ ਹੈ, ਇਹ ਤਾਂ ਮੇਰੇ ਤੋਂ ਰਾਜ ਖੋਹੇਗਾ। ਸਾਧ ਜਿਹੜਾ ਪੋਲੀਟੀਕਲ ਨਹੀਂ ਹੈ, ਪਰ ਸਵਰਗ ਦਾ ਰਾਜਾ ਪੋਲੀਟੀਕਲ ਬੰਦਾ ਕਹਿੰਦੇ ਨਾ। ਪੋਲੀਟੀਕਲ ਬੰਦੇ 'ਚ ਪਤਾ ਲੱਗ ਜਾਣਾ ਇਹ ਫਲਾਣਾ ਬੰਦਾ ਮੇਰਾ ਰਾਜ ਖੋਹੂਗਾ, ਉਹਦਾ ਪਹਿਲਾਂ ਹੀ ਪੱਤਾ ਕੱਟਣਾ ਸ਼ੁਰੂ ਕਰ ਦਿੰਦਾ, ਉਹਦਾ ਪਹਿਲਾਂ ਹੀ ਪੱਤਾ ਕੱਟ ਦਿੰਦਾ। ਹੁਣ ਜਿਹੜਾ ਸਵਰਗ ਦਾ ਰਾਜਾ ਕੀ ਇੰਦਰ, ਉਹ ਤਾਂ ਪੋਲੀਟੀਕਲ ਬੰਦਾ ਰਾਜ ਹੈ, ਅਤੇ ਰਾਜੇ ਦੇ ਰਾਜਨੀਤਿਕ ਹੁੰਦੇ ਨੇ, ਉਹ ਤਾਂ ਚਲਾਕ ਹੈ। ਉਹ ਕਹਿੰਦਾ ਅੱਛਾ ਕੋਈ ਨਹੀਂ, ਤੂੰ ਕਰ ਤਪੱਸਿਆ, ਮੈਂ ਦੱਸਦਾ ਤੈਨੂੰ। ਉੱਤੋਂ ਫਿਰ ਨਾ ਸਵਰਗ 'ਚ ਅਪਸਰਾਂ ਭੇਜ ਦਿੰਦਾ ਹੈ, ਅਤ ਸੁੰਦਰ ਬੀਬੀਆਂ, ਵੀ ਜਾਇਓ ਜਰਾ ਕਰੋ ਸਾਧੂ ਨੂੰ ਠੀਕ। ਅਤੇ ਉਹਦੀ ਹਿੰਦੂਆਂ ਦੇ ਧਾਰਮਿਕ ਗ੍ਰੰਥ ਲਿਖਿਆ ਵੀ 80,000 ਸਾਲ ਕੀਤਾ ਤਪ 5 ਜਾਂ 7 ਮਿੰਟਾਂ 'ਚ ਨਸ਼ਟ ਹੋ ਗਿਆ। ਉਹ ਉੱਪਰੋਂ ਟੀਸੀ ਤੋਂ ਹੇਠਾਂ ਡਿੱਗ ਪਿਆ ਅਤੇ ਸਵਰਗ ਦਾ ਰਾਜਾ ਖੁਸ਼, ਲੈ ਹੁਣ ਲੱਗਾ ਰਹਿ, ਹੁਣ ਲੱਗਾ ਰਹਿ, ਇੱਕ ਵਾਰੀ ਤੇਰਾ ਪੱਠਾ ਮੈਂ ਬਿਠਾ ਤਾ। 3 ਚੀਜ਼ਾਂ ਬੰਦੇ ਦੀ ਆਤਮਿਕ ਤਰੱਕੀ ਨਹੀਂ ਹੋਣ ਦਿੰਦੀਆਂ, ਯਾਦ ਰੱਖਣਾ। ਨੰਬਰ 1 ਹਰਾਮ ਦੀ ਕਮਾਈ, ਨੰਬਰ 2 ਨਸ਼ੇ, ਨੰਬਰ ਬਗਾਨੀ ਜਨਾਨੀ। ਇਹ ਤਿੰਨਾਂ 'ਚ ਤੁਸੀਂ ਇੱਕ ਦੇ ਵੀ ਡਿੱਕੇ ਆ ਗਏ, ਤੁਹਾਡੀ ਭਜਨ ਬੰਦਗੀ ਗਈ। ਜਿੱਥੋਂ ਸ਼ੁਰੂ ਕੀਤੀ ਸੀ 20 ਸਾਲ ਲੱਗੇ ਰਹੇ, ਇਹਦੇ ਡਿੱਕੇ ਆ ਗਏ, ਗਏ ਤੁਹਾਡੇ 20 ਸਾਲ ਇਹ ਵੀ ਗਏ। ਚੱਲ ਪੁੱਤ ਹੁਣ ਲੱਗ ਮੁੱਢੋਂ ਸੁੱਢੋਂ, ਅਤੇ ਪਤਾ ਨਹੀਂ ਦੁਬਾਰਾ ਫਿਰ ਜ਼ੋਰ ਸ਼ੋਰ ਨਾ ਲੱਗੇ ਕਿ ਨਾ ਲੱਗੇ। ਇਹ ਖਿਆਲ ਰੱਖੋ। ਇਹ 3 ਚੀਜ਼ਾਂ ਬੜੀਆਂ ਹੀ ਖਤਰਨਾਕ, ਵੈਸੇ ਵੀ ਜ਼ਿੰਦਗੀ ਖਤਰਨਾਕ ਨੇ, ਵੈਸੇ ਵੀ ਸਾਡੀ ਜ਼ਿੰਦਗੀ ਇਹਨਾਂ 3 ਕਾਰਨ ਕਿਸੇ ਵੇਲੇ ਬਰਬਾਦ ਹੋ ਸਕਦੀ ਹੈ। ਸਾਨੂੰ ਹਰਾਮ ਦੀ ਕਮਾਈ ਹੈ, ਅਸੀਂ ਫੜੇ ਗਏ, ਪੁਲਿਸ ਵਾਲੇ ਫੜ ਕੇ ਲੈ ਜਾਂਦੇ, ਫੜ ਕੇ ਲੈ ਕੇ ਕਿੰਨੀ ਬਦਨਾਮੀ ਹੋਈ, ਨਾਮ ਛਪਦੇ ਨੇ ਅਖਬਾਰਾਂ 'ਚ, ਫਿਰ ਮੁਕੱਦਮੇ ਚੱਲਦੇ ਨੇ, ਪਹਿਲਾਂ ਪੁਲਿਸ ਵਾਲੇ ਰਿਮਾਂਡ ਲੈ ਲੈਂਦੇ ਨੇ, ਜਿੰਨੇ ਅਸੀਂ ਉੱਤੋਂ ਹਰਾਮ ਦੇ ਕਮਾਏ ਸੀ ਉਹ ਕੁੱਟਦੇ ਰਹਿੰਦੇ ਨੇ। ਜਦੋਂ ਦੇਖਿਆ ਸੀ ਇਸ ਤੋਂ ਸਾਰੇ ਲੈ ਲਏ, ਫਿਰ ਕਹਿੰਦੇ ਨਹੀਂ ਜੀ ਹੁਣ ਕੋਈ ਰਿਮਾਂਡ ਦੀ ਲੋੜ ਨਹੀਂ, ਚਲੋ ਉਹਨੂੰ ਫਿਰ ਜੱਜ ਕੋਲੇ ਲੈ ਜਾਂਦੇ ਨੇ, ਫਿਰ ਚੱਲ ਉੱਥੇ ਵਕੀਲਾਂ ਨੂੰ ਪੈਸੇ ਦੇ, ਸਾਰੀ ਉਮਰ ਐਂ ਲੰਘ ਲੂ, ਜ਼ਿੰਦਗੀ ਬਰਬਾਦ ਹੈ। ਆ ਨਸ਼ੇ ਵੇਚਦੇ ਫੜੇ ਗਏ, ਗਈ ਜ਼ਿੰਦਗੀ, ਘੱਟ ਤੋਂ ਘੱਟ 10 ਸਾਲ ਦੀ ਸਜ਼ਾ, ਘੱਟ ਤੋਂ ਘੱਟ ਵੀ ਕਈ ਸਾਲ ਦੇ ਜ਼ਮਾਨਤ ਹੀ ਨਹੀਂ ਹੁੰਦੀ ਨਸ਼ੇ, ਅੱਧੀ ਜ਼ਿੰਦਗੀ ਤੇ ਬਹੁਤ ਵੱਧ ਜ਼ਿੰਦਗੀ ਇਸੇ ਹੀ ਲੰਘ ਜਾਂਦੀ ਹੈ ਬੰਦੇ। ਅਤੇ ਜਿਹੜਾ ਔਰਤ ਹੈ ਇਹ ਤਾਂ ਸਭ ਤੋਂ ਵੱਧ ਖਤਰਨਾਕ ਹੈ। ਇਹ ਤਾਂ ਵੱਡੇ ਵੱਡੇ ਸਾਧ ਫਸਾਤੇ ਇਸ ਨੇ। ਮੈਂ ਕਹਿਣਾ ਵੀ ਦੇਖ, ਜੇ ਜਨਾਨੀ ਕਿਤੇ ਆਪਣੀ ਆਈ 'ਤੇ ਆ ਜਾਏ, ਇਹ ਤਾਂ ਵੱਡਿਆਂ ਵੱਡੇ ਦੀ ਗੋਡੀਆਂ ਲਵਾਉਂਦੀ ਹੈ। ਆ ਜੇ ਸਹੀ ਆਪਣੀ ਆਈ 'ਤੇ। 365 ਚਲਿੱਤਰਾਂ ਦੇ ਵਿੱਚੋਂ ਮੈਂ 3 ਚਲਿੱਤਰ ਪੜ੍ਹੇ, ਮੇਰਾ ਅੱਗੇ ਪੜ੍ਹਨ ਨੂੰ ਜੀਅ ਨਹੀਂ ਕੀਤਾ। ਮੈਂ ਇਹ ਤਾਂ ਇੱਕ ਹੀ ਬਹੁਤ ਹੈ। ਮੈਂ ਜਦ 365 ਤੇ ਪੜ੍ਹਨ ਦੀ ਲੋੜ ਹੀ ਨਹੀਂ, ਇਹ 3 ਹੀ ਤੇਰੇ ਲਈ ਤਾਂ ਬਹੁਤ ਨੇ, ਜਿੱਦੇ ਡਿੱਕੇ ਆ ਗਿਆ। ਮੈਂ ਬੀਬੀ ਨੂੰ ਨਹੀਂ ਦੱਸਿਆ ਕਿਹੜੇ 3 ਚਿੱਤਰ, ਨਾ ਮੈਂ ਹੁਣ ਦੱਸਾਂ ਤੁਹਾਨੂੰ, ਤੁਸੀਂ ਤਾਂ ਮੇਰੇ ਭਰਾਵਾਂ ਨੂੰ ਘੇਰ ਲਓਗੇ ਵੀ ਲਓ ਜੀ ਅੱਜ ਹੀ ਲਾਗੂ ਕਰਕੇ ਵੇਖਦੀ ਹਾਂ। ਪ੍ਰੈਕਟੀਕਲ ਤਾਂ ਬੰਦਾ ਕਰਦਾ ਹੀ ਹੈ। ਜਿਹੜੀ ਚੀਜ਼ ਤੁਹਾਡੇ ਹੱਕ 'ਚ ਹੈ ਤੁਸੀਂ ਉਹਦਾ ਪ੍ਰੈਕਟੀਕਲ ਕਰਕੇ ਦੇਖੋਗੇ ਕਿ ਨਹੀਂ, ਵੀ ਕੀ ਲੋੜ ਹੈ ਇਹਦੇ ਤਰਲੇ ਜੇ ਕੱਢਣ ਦੀਆਂ। ਹਾਂ, ਇਹਨੂੰ ਫਸਾ ਲਓ ਬਸ। ਇਹ ਉਹਨੂੰ ਕਹਿੰਦੇ ਫਿਰ ਬਲੈਕਮੇਲ ਕਰਨਾ। ਫਿਲਮਾਂ ਕਦੇ ਕਦੇ ਵੇਖੀ ਦੀ ਅਸੀਂ ਵੀ ਅਗਲੇ ਨੇ ਗਲਤੀ ਕਰ ਲੈਣੀ, ਫਿਰ ਸਾਰੇ ਨਹੀਂ ਮੈਂ ਦੱਸੂੰ, ਲਿਆ ਇਹਨੇ ਪੈਸੇ, ਬੋਲੇ ਲਿਆ ਪੈਸੇ ਮੇਰੇ ਕੋਲ, ਮੈਂ ਨਹੀਂ ਤਾਂ ਦੱਸੂੰ, ਲਿਆ ਪੈਸੇ। ਫਿਲਮਾਂ ਦੇਖਣੀ, ਮੈਂ ਲੈ ਵੀ ਰੱਬ ਹੀ ਬਚਾ ਕੇ ਰੱਖੇ। ਅਤੇ ਜੇ ਮੈਂ ਬਾਣੀ ਪੜ੍ਹੀ, ਮੈਂ ਵੀ ਇਹ 3 ਚੀਜ਼ਾਂ ਤੇ ਕਿਸੇ ਦਾ ਕੱਖ ਛੱਡਦੀ ਹੀ ਨਹੀਂ ਹੈਗੀ। ਲੋਕ ਵੀ ਗਿਆ, ਪਰਲੋਕ ਵੀ ਗਿਆ, ਕੀਤੀ ਮਿਹਨਤ ਵੀ ਐਵੇਂ ਹੀ ਗਈ ਇੰਨੇ ਸਾਲਾਂ। ਸੋ ਕਿਉਂਕਿ ਕਲਯੁਗ ਹੈ, ਇਹਨਾਂ ਤਿੰਨਾਂ ਦਾ ਹੀ ਬਹੁਤ ਪ੍ਰਭਾਵ ਹੈ।
ਇਹਨਾਂ ਤਿੰਨਾਂ ਚੀਜ਼ਾਂ ਦਾ ਹੀ ਲੋਕਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਹੈ। ਹਰਾਮ ਦੀ ਕਮਾਈ ਦਾ, ਨਸ਼ਿਆਂ ਦਾ ਅਤੇ ਬੇਗਾਨੀ ਜਨਾਨੀਆਂ ਦਾ ਬਹੁਤ ਪ੍ਰਭਾਵ ਹੈ। ਇਹ ਬਚ ਕੇ ਰਹਿਣਾ ਬਹੁਤ ਮੁਸ਼ਕਿਲ ਹੈ। ਇਸ ਲਈ ਅਰਦਾਸ ਕਰਦੇ ਰਹੀਦਾ, ਖਾਸ ਕਰਕੇ ਭਜਨ ਬੰਦਗੀ ਵਾਲੇ ਵੀ। ਨਹੀਂ ਤਾਂ ਕੀਤਾ ਕਰਾ ਸਾਰੇ ਖੇ ਹੋ ਜਾਣਾ, ਕੀਤਾ ਕਰਾ ਹੀ ਖੇ ਹੋ ਜਾਣਾ। ਸੋ ਗੁਰੂ ਮਹਾਰਾਜ ਕਿਰਪਾ ਕਰੋ। ਇਹ ਹੈ ਚਿੱਕੜ 'ਚ ਕਮਲ ਦੀ ਨਿਆਈ ਰਹਿਣਾ, ਹੈ ਬੜਾ ਔਖਾ। ਇਹ ਉਹ ਤਾਂ ਇੱਕ ਚਿੱਕੜ ਹੋਣਾ ਅਤੇ ਤਿੰਨ ਚਿੱਕੜ ਨੇ। ਇਹਨਾਂ ਤਿੰਨਾਂ ਚਿੱਕੜਾਂ ਤੋਂ ਜਿਹੜਾ ਬਚ ਗਿਆ ਨਾ ਅਤੇ ਭਜਨ ਬੰਦਗੀ ਕਰਦੇ ਉਹਦੀ ਕਦੇ ਨਾ ਕਦੇ ਗੱਲ ਬਣ ਜਾਣੀ ਹੈ। ਸੋ ਅਰਦਾਸ ਕਰਦੇ ਰਹਿਣਾ, ਸੱਚੇ ਪਾਤਸ਼ਾਹ ਕਿਰਪਾ ਰੱਖੀ। ਸੋ ਗੁਰੂ ਮਹਾਰਾਜ ਕਹਿੰਦੇ ਕਥਨੀ ਕਰੇ ਤਾਂ ਮਾਇਆ ਨਾਲ ਲੂਝੇ। ਗੱਲਾਂ ਤਾਂ ਬੜੀਆਂ ਕਰਦਾ ਪਰ ਮਾਇਆ ਦੀ ਖਾਤਰ ਝਗੜਦਾ ਰਹਿੰਦਾ ਹੈ। ਅੰਧ ਅਗਿਆਨੀ ਕਦੇ ਨਾ ਸਿੱਝੇ। ਇਹ ਤਾਂ ਅਗਿਆਨੀ ਹੈ, ਇਹ ਤਾਂ ਅੰਨਾ ਹੈ, ਇਹਨਾਂ 'ਤੇ ਕਦੇ ਸੋਝੀ ਆਉਣੀ ਹੀ ਨਹੀਂ ਹੈ। ਕਿਉਂ? ਅਸੰਤ ਹੈ ਨਾ, ਕਿਉਂਕਿ ਅਨਾੜੀ ਹੈ ਨਾ, ਮਨਮੁਖ ਹੈ। ਇਸ ਯੁੱਗ ਮੈਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੈ ਸਗਲੇ ਕੋਲ ਉਧਾਰਾ। ਇਹ ਕੁੱਲ ਉਧਾਰ ਨਹੀਂ ਬਣੀ, ਕੁੱਲ ਹੁੰਦਾ ਟੋਟਲ। ਕੋਲ ਲੱਲੇ ਦੇ ਪੈਰੇ ਬਿੰਦੀ ਲਾ ਕੇ ਪੈ ਖਾਨਦਾਨ। ਇਸ ਯੁੱਗ ਮੈਂ ਰਾਮ ਨਾਮ ਨਿਸਤਾਰਾ। ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਰਾਹੀਂ ਹੀ ਪਾਰ ਉਤਾਰਾ ਹੁੰਦਾ। ਨਿਸਤਾਰਾ ਬਣੇ ਪਾਰ ਉਤਾਰਾ। ਸਾਡਾ ਪਾਰ ਉਤਾਰਾ ਤੇ ਪਰਮਾਤਮਾ ਦਾ ਨਾਮ ਜਪ ਕੇ ਹੋਣਾ। ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਪਰ ਇਹ ਵਿਚਾਰ ਵੀ ਗੁਰੂ ਦੀ ਬਾਣੀ ਰਾਹੀਂ ਕਿਸੇ ਵਿਰਲੇ ਟਾਈਮ ਨੂੰ ਪ੍ਰਾਪਤ ਹੁੰਦੀ। ਬੰਦਾ ਬਾਣੀ ਪੜ੍ਹੇਗਾ, ਉਹਦੀ ਵਿਚਾਰ ਕਰੇਗਾ, ਫਿਰ ਉਹਨੂੰ ਸਮਝ ਆਵੇਗਾ ਕਿ ਆਲੇ ਦੁਆਲੇ ਜਿੰਨੀਆਂ ਬੁਰਾਈਆਂ ਹਨ ਇਹਨਾਂ ਤਾਂ ਸਿਰਫ ਅਤੇ ਸਿਰਫ ਮੈਂ ਪਰਮਾਤਮਾ ਦੇ ਨਾਮ ਦੇ ਆਸਰੇ ਬਚ ਸਕਦਾ ਹਾਂ। ਨਾਮ ਦੇ ਆਸਰੇ ਬਚ ਸਕਦਾ। ਜਦ ਤੁਸੀਂ ਨਾਮ ਜਪ ਰਹੇ ਹੋ, ਪਰਮਾਤਮਾ ਤੁਹਾਡੇ ਨਾਲ ਹੈ। ਅਤੇ ਜੇ ਪਰਮਾਤਮਾ ਤੁਹਾਡੇ ਨਾਲ ਹੈ ਤਾਂ ਕਿਸੇ ਬੁਰਾਈ ਦੀ ਤਾਕਤ ਨਹੀਂ ਤੁਹਾਡੇ 'ਤੇ ਅਸਰ ਕਰ ਜਾਏ। ਕਿਉਂ? ਤੁਸੀਂ ਸ਼ੇਰ ਦੀ ਸ਼ਰਨ 'ਚ ਹੋ। ਜਦੋਂ ਬੰਦਾ ਸ਼ੇਰ ਦੀ ਸ਼ਰਨ 'ਚ ਚਲਿਆ ਜਾਂਦਾ ਹੈ, ਜੰਗਲ ਦਾ ਕੋਈ ਜਾਨਵਰ ਉਸਦਾ ਕੁਛ ਨਹੀਂ ਵਿਗਾੜ ਸਕਦਾ। ਜਦੋਂ ਤੁਸੀਂ ਬਾਣੀ ਪੜ੍ਹ ਰਹੇ ਹੋ, ਗੁਰੂ ਮਹਾਰਾਜ ਤੁਹਾਡੇ ਨਾਲ ਨੇ, ਤੁਸੀਂ ਸਿਮਰਨ ਕਰ ਰਹੇ ਹੋ, ਪਰਮਾਤਮਾ ਤੁਹਾਡੇ ਨਾਲ ਹੈ। ਅਤੇ ਜਦੋਂ ਦੋਨਾਂ 'ਚੋਂ ਕੋਈ ਵੀ ਇੱਕ ਨਾਲ ਹੋਵੇ ਤਾਂ ਇਹ ਚੀਜ਼ਾਂ ਸਾਡੇ 'ਤੇ ਅਸਰ ਨਹੀਂ ਕਰ ਸਕਦੀਆਂ, ਸਾਡਾ ਬਚਾਅ ਰਹਿੰਦਾ ਹੈ। ਅਤੇ ਇਸ ਲਈ ਕਹਿੰਦੇ ਇਹ ਗੱਲ ਵੀ ਇਹ ਵਿਚਾਰੇ ਕਿਸੇ ਵਿਰਲੇ ਟਾਵੇਂ ਨੂੰ ਪਤਾ ਲੱਗਦੀ। ਉਹਨੂੰ ਜਿਹੜਾ ਬਾਣੀ ਦੀ ਵਿਚਾਰ ਕਰਦਾ, ਸਮਝਦਾ, ਉਹਨੂੰ ਹੌਲੀ ਸਮਝ ਆਉਂਦੀ ਵੀ ਹਾਂ ਇਹ ਤਾਂ ਨਾਮ ਰਾਹੀਂ ਹੀ ਬਚਾਅ ਹੋ ਸਕਦਾ। ਇਹੋ ਜਿਹਾ ਬੰਦਾ ਫਿਰ ਕੀ ਕਹਿੰਦਾ? ਆਪ ਧਰੈ ਸਗਲੇ ਕੁਲ ਉਧਾਰਾ। ਉਹ ਆਪ ਵੀ ਤਰਦਾ ਅਤੇ ਸਾਰੀਆਂ ਕੁਲਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ। ਆਪ ਤਾਂ ਤਰਦਾ ਹੀ ਹੈ, ਪਰ ਜਿਹੜੇ ਉਹਦੀ ਸੰਗਤ ਕਰਦੇ ਰਹਿੰਦੇ ਨੇ ਉਹਨਾਂ ਦਾ ਵੀ ਪਾਰ ਉਤਾਰਾ। ਜੇ ਕਿਤੇ ਨਾਮ ਜਪਣ ਵਾਲਾ ਬ੍ਰਹਮ ਗਿਆਨੀ ਹੋ ਜਾਏ ਤਾਂ ਧਰਮ ਕਹਿੰਦਾ ਉਹ 21 ਕੁਲਾਂ ਪਾਰ ਕਰ ਦੇ। 21 ਕੁਲਾਂ, 7 ਬਾਪ ਦੀਆਂ, 7 ਮਾਂ ਦੀਆਂ, 7 ਸਹੁਰੇ ਦੀਆਂ। ਜਦੋਂ ਤੁਹਾਡੇ 'ਚੋਂ ਕੋਈ ਬ੍ਰਹਮ ਗਿਆਨੀ ਹੋ ਗਿਆ ਤਾਂ ਜਿਹੜੇ ਸਵਰਗਵਾਸ ਹੋ ਚੁੱਕੇ ਨੇ, ਬਾਪ ਦਾਦਾ ਪੜਦਾਦਾ ਨਗੜ ਦਾਦਾ ਉੱਪਰ ਉਹ ਕਿਸੇ ਵੀ ਜੂਨੀ 'ਚ ਨਹੀਂ। ਜਦੋਂ ਤੁਹਾਨੂੰ ਬ੍ਰਹਮ ਗਿਆਨ ਹੋਏਗਾ ਉਹ ਸਾਰੇ ਆਪਣੀ ਆਪਣੀਆਂ ਜੂਨੀਆਂ 'ਚ ਨਿਕਲ ਕੇ ਸਵਰਗਾਂ ਨੂੰ ਚਲੇ ਜਾਂਦੇ। ਇਸ ਲਈ ਬ੍ਰਹਮ ਗਿਆਨੀ ਜਿਹੜਾ ਹੈ ਸਾਧ 21 ਕੁਲਾਂ ਉਤਾਰ ਦਿੰਦਾ। 7 ਬਾਪ ਦੀਆਂ, 7 ਮਾਂ ਦੀਆਂ, 7 ਸਹੁਰੇ ਪਰਿਵਾਰ ਦੀ। ਇਹ ਨਾਮ 'ਚ ਇੰਨੀ ਤਾਕਤ ਹੈ। ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨਿਆਂ ਦਾ ਹੋਰ ਹੀ ਇਹ ਛੁਟਕਾਰਾ ਹੋ ਗਿਆ, ਜੰਮਣ ਮਰਨ ਤੋਂ ਰਹਿਤ ਹੋ ਗਿਆ। ਸੋ ਨਾਮ ਜਪਣਾ ਘਰ 'ਚ ਇੱਕ ਵੀ ਜੇ ਨਾਮ ਜਪਣ ਵਾਲਾ ਹੋਵੇ ਨਾ, ਪਰਿਵਾਰ ਦਾ ਕੁਛ ਨਹੀਂ ਵਿਗੜਦਾ। ਇੱਕ ਵੀ ਜੇ ਹੋਵੇ ਤਾਂ ਬੱਚੇ ਨੂੰ ਮੈਂ ਕਹਿਣਾ ਨਾ, ਮੈਂ ਤੁਸੀਂ ਬਾਣੀ ਪੜ੍ਹਿਆ ਕਰੋ, ਤੁਸੀਂ ਫੇਲ ਹੋਵੋਗੇ ਹੀ ਨਹੀਂ। ਜਿੰਨਾ ਮਰਜ਼ੀ ਪੜ੍ਹ ਲਓ, ਜਿੰਨੀ ਮਰਜ਼ੀ ਜਮਾਤ ਪੜ੍ਹ ਲਓ, ਤੁਸੀਂ ਫੇਲ ਨਹੀਂ ਹੋਵੋਗੇ। ਤੁਹਾਨੂੰ ਬੜਾ ਅਜੀਬ ਲੱਗਦਾ ਹੋਏਗਾ।
ਮੇਰੇ ਕੋਲ ਤੁਸੀਂ ਆ ਜਾਂਦੇ ਜੀ, ਸਾਡਾ ਬੱਚਾ ਪੜ੍ਹਾਈ ਕਮਜ਼ੋਰ ਹੈ ਜੀ, ਇਹ ਪੜ੍ਹਦਾ ਨਹੀਂ ਹੈ ਜੀ, ਫਿਰ ਮੈਂ ਕੀ ਕਰਦਾ? ਆ ਲਓ ਜੀ ਪਾਠ, ਜਲ ਰੱਖੋ, ਜਲ ਵੱਲ ਮੂੰਹ ਕਰਕੇ ਪੜ੍ਹ ਕਰੋ, ਪੜ੍ਹ ਕੇ ਗੁਰੂ ਨਾਨਕ ਦੇਵ ਨੂੰ ਕਹੋ ਜੀ ਇਹ ਪੜ੍ਹਾਈ 'ਚ ਹੁਸ਼ਿਆਰ ਹੋਵੇ ਅਤੇ ਮਾਂ ਪਿਓ ਦੇ ਆਖੇ ਲੱਗੇ। ਫਿਰ ਜਦੋਂ ਭੁੱਖ ਪਿਆਸ ਲੱਗੇ ਉਹਨੂੰ ਪਾਣੀ ਪਿਲਾ ਦੇ ਬਿਨਾਂ ਦੱਸੇ। ਉਹ ਜੋ ਤੁਸੀਂ ਕਰੀ ਜਾਂਦੇ ਹੋ ਉਹਦੇ ਵਿਚਾਰ ਬਦਲਣੇ ਸ਼ੁਰੂ ਹੋ ਜਾਂਦੇ ਨੇ, ਉਹ ਪੜ੍ਹਨ ਲੱਗ ਜਾਂਦਾ ਅਤੇ ਤੁਹਾਡੇ ਆਖੇ ਵੀ ਲੱਗਣ ਲੱਗ ਜਾਂਦੇ। ਬਾਣੀ ਹੈ ਅਤੇ ਜੋ ਆਪ ਹੀ ਬਾਣੀ ਪੜ੍ਹ ਰਿਹਾ ਅਤੇ ਉਹਨੂੰ ਫਿਰ ਕਿੰਨੇ ਫੇਲ ਕਰਨਾ ਜੀ। ਪਰਮਾਤਮਾ ਹਰ ਇੱਕ ਚੀਜ਼ 'ਚ ਬਰਕਤ ਪਾਉਂਦਾ, ਨਾਲੇ ਨੰਬਰ ਜ਼ਿਆਦਾ ਆਉਂਦੇ ਨੇ, ਨਾਲੇ ਬਾਣੀ ਪੜ੍ਹਨ ਵਾਲੇ ਦੇ ਨੰਬਰ ਜ਼ਿਆਦਾ ਦੇ ਕੇ ਪਰਮਾਤਮਾ ਨੇ ਬਰਕਤ ਪਾ ਦੇਣੀ ਹੈ। ਬਰਕਤ ਕਈ ਕਹਿੰਦੇ ਜੀ ਆਮਦਨ ਤਾਂ ਬਹੁਤ ਹੈ ਪਰ ਬਰਕਤ ਨਹੀਂ ਹੈ, ਤਾਂ ਵੀ ਉਹਨਾਂ ਨੂੰ ਬਾਣੀ ਦੇਣੀ ਪੈਂਦੀ ਆ, ਘਰ ਆ ਪਾਠ ਕਰ, ਜਿਹੜਾ ਤੇਰਾ ਫਜ਼ੂਲ ਦਾ ਖਰਚਾ ਹੁੰਦਾ ਹੈ ਉਹ ਹਟ ਜਾਏਗਾ, ਤੇਰੀ ਬੱਚਤ ਸ਼ੁਰੂ ਹੋ ਜਾਏਗੀ। ਸੋ ਇਸ ਲਈ ਆਪ ਵੀ ਬਾਣੀ ਪੜ੍ਹੋ, ਆਪਣੇ ਬੱਚਿਆਂ ਨੂੰ ਬਾਣੀ ਪੜ੍ਹਨ ਲਾਓ। ਅਸੀਂ ਆਪ ਪੜ੍ਹਾਂਗੇ ਤਾਂ ਹੀ ਸਾਨੂੰ ਵੇਖ ਵੇਖ ਕੇ ਲੱਗੇਗੀ, ਫਿਰ ਉਹਨਾਂ ਨੂੰ ਪ੍ਰੇਰਨਾ ਹੈ, ਪੜ੍ਹੋ ਭਾਈ ਪੜ੍ਹੋ। ਔਰ ਜਿਹੜੇ ਮੇਰੇ ਤੋਂ ਸੰਤ ਹੈ ਲੈਂਦੇ, ਮੈਂ ਇਹਨਾਂ ਨੂੰ ਹਰ 10-12 ਦਿਨਾਂ ਬਾਅਦ ਕਹਿੰਦਾ ਇਹਨਾਂ ਨੂੰ ਕਿ ਭਾਈ ਤੁਸੀਂ ਕਿੰਨੇ ਭਾਗਾਂ ਵਾਲੇ ਹੋ, ਛੋਟੀ ਉਮਰ 'ਚ ਹੀ ਆ ਗਏ ਹੋ। ਛੋਟੀ ਉਮਰ ਤੁਸੀਂ ਪਾਠ ਕਰਦੇ ਹੋ, ਤੁਸੀਂ ਤਾਂ ਪਾਸ ਹੋ ਹੀ ਜਾਣੇ, ਪਾਸ ਹੋ ਹੀ। ਜੇ ਤੁਸੀਂ ਮਿਹਨਤ ਕਰਦੇ ਰਹੋਗੇ ਤੁਹਾਡੇ ਜ਼ਿਆਦਾ ਨੰਬਰ ਆ ਜਾਣਗੇ। ਗੁਰੂ ਬਾਰੇ ਕਿਰਪਾ ਕਰਦੇ ਭਾਈ ਮੇਰੀ ਬਾਣੀ ਪੜ੍ਹਦਾ। ਇਸ ਲਈ ਆਪ ਵੀ ਪਾਠ ਕਰੋ, ਆਪਣੇ ਬੱਚਿਆਂ ਨੂੰ ਵੀ ਲਾਓ। ਮੈਂ ਤਾਂ 28 ਸਾਲਾਂ 'ਚ ਕੋਈ ਅਜਿਹਾ ਨਹੀਂ ਵੇਖਿਆ ਜਿਹੜਾ ਪਾਠ ਕਰਦਾ ਹੋਵੇ ਤਾਂ ਫੇਲ ਹੋ ਗਿਆ ਹੋਵੇ। ਹਾਂ, ਸਿਲੈਕਸ਼ਨ ਨਹੀਂ ਹੋਈ ਉਹ ਗੱਲ ਵੱਖਰੀ ਹੈ, ਬਈ ਮੰਨ ਲਓ ਪੋਸਟਾਂ ਹੀ 5 ਨੇ, ਅਪਲਾਈ 5000 ਨੇ ਕਰਤਾ, ਉੱਥੇ ਹੋਰ ਗੱਲ ਹੈ। ਟੈਸਟ 'ਚ ਪਾਸ ਹੋਣਾ ਹੋਰ ਗੱਲ ਹੁੰਦੀ। ਮੈਂ ਤਾਂ ਕੋਈ ਨਹੀਂ ਵੇਖਿਆ ਬਾਣੀ ਪੜ੍ਹਦਾ ਸੀ ਅਤੇ ਜਮਾਤ 'ਚ ਫੇਲ ਹੋ ਗਿਆ, ਨਹੀਂ ਹੁੰਦਾ ਫੇਲ। ਗੁਰੂ ਮਹਾਰਾਜ ਜੀ ਜਿੰਨਾ ਉਹਨੇ ਯਾਦ ਕੀਤਾ ਉਹਦੇ ਵਿੱਚੋਂ ਪੇਪਰ ਸੈੱਟ ਕਰ ਦਿੰਦੇ। ਜੇ ਬਦਕਿਸਮੀ ਹੋਵੇ ਨਾ, ਸਾਰਾ ਸਿਲੇਬਸ ਪਹਿਲਾਂ ਬੱਚਾ ਇੱਕ ਵਾਰੀ ਪੜ੍ਹਦਾ, ਜੋ ਦੂਜੀ ਵਾਰੀ ਪੜ੍ਹਦਾ ਉਹਦੇ ਵਿੱਚ ਨਾ ਇੰਪੋਰਟੈਂਟ ਕੁਐਸਚਨ ਦੇਖਣੇ ਸ਼ੁਰੂ ਕਰ ਦਿੰਦੇ। ਕਈ ਤਾਂ ਗਾਈਡਾਂ ਲਿਖੇ ਹੁੰਦੇ ਇੰਪੋਰਟੈਂਟ, ਸੌਖਾ ਦੇ ਬੱਚੇ ਨੂੰ। ਕਈ ਵਾਰੀ ਟੀਚਰ ਦੱਸਦੇ ਭਾਈ ਇਹ ਇੰਪੋਰਟੈਂਟ ਪ੍ਰਸ਼ਨ। ਪਰ ਮੰਨ ਲਓ 100 ਕੁੱਲ ਕੁਐਸਚਨ ਸੀ, ਉਹਨੇ ਜਿਹੜਾ ਹੈ ਪਹਿਲਾਂ 30 ਪਹਿਲਾਂ ਇੰਪੋਰਟੈਂਟ ਛਾਂਟ ਲਏ ਵਿੱਚੋਂ। ਫਿਰ ਜਦ ਤੀਜੀ ਵਾਰੀ ਪੜ੍ਹਿਆ ਉਹਨੇ ਦੇਖਿਆ ਵੀ ਇਹਨਾਂ 30 'ਚੋਂ 25 ਜ਼ਿਆਦਾ ਇੰਪੋਰਟੈਂਟ ਨੇ, ਸਿਰਫ 25 ਦੀ ਤਿਆਰੀ ਕਰਦਾ ਰਿਹਾ, ਬਾਕੀ 75 ਛੱਡ ਦਿੰਦੇ। ਹੋਰ ਇਮਤਿਹਾਨ ਨੇੜੇ ਆਇਆ, ਉਹ ਦੇਖਦੇ ਵੀ ਨਹੀਂ 25 20 ਜ਼ਿਆਦਾ ਇੰਪੋਰਟੈਂਟ ਨੇ, ਉਹ 20 ਦੀ ਤਿਆਰੀ ਕਰਨਾ ਸ਼ੁਰੂ ਕਰ ਦਿੰਦਾ ਹੈ, ਉਹ 20 'ਚੋਂ ਪੇਪਰ ਆ ਜਾਂਦਾ। ਹੋ ਗਿਆ ਨੰਬਰ, ਆਪੇ ਬਰਕਤ ਹੋ ਗਈ। ਇਸ ਤਰ੍ਹਾਂ ਬਰਕਤ ਹੁੰਦੀ। ਬਾਣੀ ਪੜ੍ਹਨ ਵਾਲੇ ਦੇ ਇਸ ਤਰੀਕੇ ਨਾਲ ਪਰਮਾਤਮਾ ਸਹਾਇਤਾ ਕਰਦਾ ਹੈ। ਇਸ ਲਈ ਬਾਣੀ ਪੜ੍ਹੋ, ਨਾਮ ਜਪੋ, ਆਪਣਾ ਕੰਮ ਤੇ ਕਰਨਾ ਹੀ ਕਰਨਾ। ਅੱਗੇ ਕਹਿੰਦੇ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾ ਬਿਨਾ ਕੋ ਮੁਕਤ ਨਾ ਹੋਈ। ਇਸ ਕਲਯੁਗ ਮੈਂ, ਕਲਯੁਗ ਦਾ ਸਮਾਂ, ਕਰਮ ਧਰਮ ਨਾ ਕੋਈ। ਜਿੰਨੇ ਪਹਿਲਾਂ ਧਾਰਮਿਕ ਕਰਮ ਕੀਤੇ ਜਾਂਦੇ ਸਨ ਹਿੰਦੂਆਂ 'ਚ, ਗੁਰੂਆਂ ਨੇ ਸਾਰੇ ਬੰਦ ਕਰ ਦਿੱਤੇ। ਕਹਿੰਦੇ ਕਲਯੁਗ ਦੇ ਸਿਰਫ ਪਰਮਾਤਮਾ ਦਾ ਨਾਮ ਹੈ ਬਸ, ਬਾਕੀ ਤੁਹਾਡੇ ਹੋਰ ਕੋਈ ਕਰਮ ਤੁਹਾਡੇ ਕੰਮ ਨਹੀਂ ਆਉਣੇ। ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਤੁਹਾਡੇ ਕਿਸੇ ਕੰਮ ਨਹੀਂ ਆਉਣੇ, ਤੁਸੀਂ ਆਹ ਕਰਦੇ ਹੋ ਕਿਸੇ ਤੁਹਾਡੇ ਨਹੀਂ, ਸਿਰਫ ਪਰਮਾਤਮਾ ਦਾ ਨਾਮ ਤੁਹਾਡੇ ਕੰਮ ਆਉਣਾ। ਇਸ ਲਈ ਕਹਿੰਦੇ ਕੋਈ ਕਰਮ ਧਰਮ ਰਹਿ ਹੀ ਨਹੀਂ ਗਿਆ ਹੁਣ ਕੋਈ। ਕਲਯੁਗ ਆ ਗਿਆ, ਕਲੀ ਕਾ ਜਨਮ ਚੰਡਾਲ ਕਹਿ ਕਰ। ਐ ਸਮਝੋ ਵੀ ਕਲਯੁਗ ਦਾ ਜਨਮ ਕਿਸੇ ਚੰਡਾਲ ਦੇ ਘਰ 'ਚ ਹੋ ਗਿਆ ਹੈ, ਉਹ ਕੁਝ ਕਰਨ ਹੀ ਨਹੀਂ ਦਿੰਦਾ। ਕਲਯੁਗ ਬੰਦੇ ਨੂੰ ਇਹ ਰੱਬ ਵਾਲੇ ਪਾਸੇ ਨੂੰ ਮੁੜਨ ਨਹੀਂ ਦਿੰਦਾ। ਸਿੱਖ ਇਤਿਹਾਸ 'ਚ ਲਿਖਿਆ ਹੋਇਆ ਹੈ, ਉਹ ਸੱਚ ਹੈ ਕਿ ਨਹੀਂ ਹੈ ਤਾਂ ਅੱਲਾ ਜਾਣੇ, ਪਰ ਜੋ ਲਿਖਿਆ ਹੋਇਆ ਹੈ ਵੀ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਬਾਹਰ ਬੈਠੇ ਨੇ। ਬੜਾ ਜ਼ੋਰ ਦਾ ਤੂਫਾਨ ਆਇਆ, ਤੂਫਾਨ ਆਇਆ ਕੀ ਦੇ ਬੜਾ ਵੱਡਾ, ਕੋਈ ਫੁੱਟ ਉੱਚਾ ਜਿਹੜਾ ਬੰਦਾ ਆ ਰਿਹਾ ਡਰਾਉਣਾ। ਮਰਦਾਨਾ ਹੀ ਕਹਿੰਦੇ ਬਾਬਾ ਜੀ ਤਾਂ ਖੈਰ ਨਹੀਂ, ਆਪਾਂ ਨੇ ਕੀ ਬਲਾ ਆ ਰਹੀ ਹੈ।
ਕਹਿੰਦੇ ਕੋਈ ਨਹੀਂ ਮਰਦਾਨਾ ਜੀ ਆਉਣ ਦਿਓ। ਕਹਿੰਦੇ ਭਾਈ ਤੂੰ ਕੌਣ ਹੈ? ਗੁਰੂ ਨਾਨਕ ਦੇਵ ਕਹਿੰਦੇ ਜੀ ਮੈਂ ਕਲਯੁਗ ਹਾਂ। ਅੱਛਾ, ਫਿਰ ਉਹਨਾਂ ਨੂੰ ਤਾਂ ਪਤਾ ਹੀ ਸੀ, ਮਰਦਾਨਾ ਨੇ ਦੱਸਣਾ ਸੀ ਕੌਣ ਹੈ। ਕਹਿੰਦਾ ਮੈਂ ਕਲਯੁਗ ਹਾਂ। ਕਹਿੰਦੇ ਪਰ ਜਿਹੜੇ ਤੁਹਾਡੇ ਸਿੱਖ ਨੇ ਨਾ ਮੇਰੀ ਪੇਸ਼ ਨਹੀਂ ਜਾਣ ਦਿੰਦੇ। ਕਹਿੰਦੇ ਕਿਉਂ? ਕਹਿੰਦਾ ਮੈਂ ਅੰਮ੍ਰਿਤ ਵੇਲੇ ਨਾਲ ਸਾੜ ਦੇ ਉੱਤੇ ਮੋਟਾ ਕੱਪੜਾ ਦੇ ਦੇਣਾ, ਬਸ ਸੁੱਤੇ ਰਹੋ, ਬਸ ਮਾਇਆ ਦਾ ਕੱਪੜਾ ਪਾ ਦੇਣਾ ਵੀ ਸੁੱਤੇ ਰਹਿਣ, ਜਗ ਨਹੀਂ ਨਾ ਅੰਮ੍ਰਿਤ ਵੇਲੇ। ਪਰ ਕਹਿੰਦੇ ਤੁਹਾਡੇ ਸਿੱਖ ਜਿਹੜੇ ਨਾ ਉਹ ਮੇਰੇ ਕੱਪੜੇ ਮੋਰੀ ਕਰ ਦਿੰਦੇ ਨੇ, ਇਹ ਅੰਮ੍ਰਿਤ ਵੇਲੇ ਨਹਾਉਂਦੇ ਨੇ, ਨਾਮ ਜਪਦੇ ਨੇ, ਇਹ ਆਪਣੇ ਮੋਰੀ ਕਰ ਲੈਂਦੇ। ਮੇਰੀ ਇਹਨਾਂ 'ਤੇ ਕਹਿੰਦਾ ਪੇਸ਼ ਨਹੀਂ ਜਾਂਦੀ। ਪਰ ਦੇਖੋ ਜੀ, ਕਹਿੰਦਾ ਮੈਂ ਕਲਯੁਗ ਹਾਂ, ਮੇਰਾ ਪਹਿਰਾ ਹੈ, ਅਤੇ ਮੈਨੂੰ ਵੀ ਤਾਂ ਕੋਈ ਥਾਂ ਮਿਲਣੀ ਚਾਹੀਦੀ ਹੈ। ਕਰੀ ਗਏ ਗੁਰੂ ਬਾਬਾ ਕਹਿੰਦੇ ਨਹੀਂ ਭਾਈ ਤੇਰਾ ਇੱਥੇ ਗੁਰਸਿੱਖਾਂ 'ਚ ਕੋਈ ਕੰਮ ਨਹੀਂ। ਨਹੀਂ ਜੀ, ਹਰ ਕਾ ਮੇਰਾ ਯੁੱਗ ਹੈ। ਕਰਦਿਆਂ ਕਰਦਿਆਂ ਸਿੱਖ ਇਤਿਹਾਸ ਕਿਤਾਬਾਂ 'ਚ ਲਿਖਿਆ ਕਿ ਉਹ ਕਹਿੰਦਾ ਚੰਗਾ ਜੀ, ਜਿੱਥੇ ਸਤ ਸੰਗਤ ਹੋ ਰਹੀ ਹੈ ਮੈਂ ਉੱਥੇ ਉੱਪਰ ਤਾਂ ਨਹੀਂ ਆਉਂਦਾ, ਅੰਦਰ ਨਹੀਂ ਆਉਂਦਾ, ਬਾਹਰ ਜਿੱਥੇ ਜੋੜੇ ਨੇ ਉੱਥੇ ਖੜਾ ਹੋ ਸਕਦਾ। ਗੁਰੂ ਮਹਾਰਾਜ ਚੰਗਾ ਭਾਈ ਤੇਰਾ ਪੈਰੋ, ਤੂੰ ਉੱਥੇ ਖੜੇ ਹੋ ਜਾ ਕਰੋ। ਮੈਂ ਹੁਣ ਕਥਾ ਕਰ ਰਿਹਾ, ਤੂੰ ਸੁਣ ਰਿਹਾ ਨਾ, ਉਹ ਹੇਠਾਂ ਖੜਾ। ਕਹਿੰਦਾ ਕੋਈ ਨਹੀਂ, ਤੂੰ ਵੀ ਆ ਜਾ ਜੈਵਨ ਸੇ ਹੇਠਾਂ, ਅਤੇ ਇਹਨਾਂ ਨੂੰ ਵੀ ਆ ਲੈਂਦਾ, ਤੂੰ ਜਾਂ ਸਾਰੇ ਘੰਟੇ ਤੈਨੂੰ ਵੀ ਭੁਲਾ ਦੂੰ, ਇਹਨਾਂ ਨੂੰ ਭੁਲਾ ਦੂੰਗਾ। ਮੈਂ ਖੜਾ ਜੋੜਿਆ ਚ ਜਾਓਗੇ ਕਿੱਥੇ? ਕਹਿੰਦਾ ਮੇਰਾ ਪ੍ਰਭਾਵ ਹੈ, ਮੈਂ ਆਪਣਾ ਪ੍ਰਭਾਵ ਪਾਉਣਾ, ਤੁਸੀਂ ਫਿਰ ਭੁਲਾ ਜਾਣਾ। ਸੋ ਇਹ ਤਾਂ ਇਹ ਕਲਯੁੱਗ ਦਾ ਜਨਮ ਤਾਂ ਜਿਵੇਂ ਕਿਸੇ ਚੰਡਾਲ ਦੇ ਘਰ 'ਚ ਹੋਇਆ। ਇਸ ਲਈ ਗੁਰੂ ਮਹਾਰਾਜ ਕਹੇ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਨਾਮ ਜਪਣ ਤੋਂ ਬਿਨਾਂ ਕਿਸੇ ਮੁਕਤ ਨਹੀਂ ਹੋਣਾ। ਜੇ ਮੁਕਤੀ ਚਾਹੀਦੀ ਤਾਂ ਇੱਕੋ ਇੱਕ ਸਾਧਨ ਹੈ, ਪਰਮਾਤਮਾ ਦਾ ਨਾਮ ਜਪ। ਗੌੜੀ ਮਹਿਲਾ ਤੀਜਾ। ਗੁਆਰੀ ਦੀ ਸੱਚਾ ਅਮਰ ਸੱਚਾ ਪਾਤਸ਼ਾਹ। ਤੁਸੀਂ ਕਹੋਗੇ ਆਹੇ ਨੌਕੜ ਕੇ ਬੋਲਣਾ, ਅੱਗੇ ਆਏਗਾ ਸ਼ਬਦ ਸਮਾਹੋ, ਉਹਦੇ ਕਰਕੇ ਸਾਨੂੰ ਇਹ ਔਂਕੜ ਬੋਲਣੇ ਪੈਣੇ। ਉਂਝ ਲੋੜ ਨਹੀਂ ਔਂਕੜ ਦੀ ਪਾਤਸ਼ਾਹ ਨਾਲ, ਕਿਉਂਕਿ ਪਾਤਸ਼ਾਹ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਦੇ ਵਿੱਚ ਔਂਕੜ ਦਾ ਹੀ ਲੱਗਦਾ। ਇਹ ਫਿਰ ਤੁਸੀਂ ਕੋਈ ਕਿਉਂ ਔਂਕੜ ਲਾਇਆ ਹੋਇਆ, ਇਹ ਦੱਸਣ ਲਈ ਗੁਰਬਾਣੀ ਲਾਇਆ ਕਿ ਪਾਤਸ਼ਾਹ ਜਿਹੜਾ ਸ਼ਬਦ ਹੈ ਇੱਕ ਵਚਨ ਹੈ ਅਤੇ ਪੁਲਿੰਗ ਹੈ। ਜਿੰਨੇ ਵੀ ਗੁਰਬਾਣੀ 'ਚ ਇੱਕ ਵਚਨ ਸ਼ਬਦ ਹਨ ਉਹਨਾਂ ਸਭ ਦੇ ਹੇਠਾਂ ਔਂਕੜ ਲੱਗਾ ਹੋਇਆ। ਇਹ ਤਾਂ ਸਿਰਫ ਇਹ ਦੱਸ ਸੱਚਾ ਅਮਰ, ਜੇ ਐਵੇਂ ਪੜ੍ਹ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੈ ਰਾਤੇ ਹਰ ਵੇ ਪਰਵਾਹ। ਇਹ ਤਾਂ ਠੀਕ ਹੈ। ਸੱਚੈ ਮਹਿਲ ਸੱਚ ਨਾਮ ਸਮਾ ਨਹੀਂ ਹੋ ਸਕਦਾ, ਉਹ ਸਮਾਹੋ ਹੀ ਹੈ, ਉਹ ਸਮਾਹੋ ਹੈ। ਇਸ ਕਰਕੇ ਸਾਨੂੰ ਇਹ ਵੀ ਫਿਰ ਔਂਕੜ ਨਾਲ ਪੜ੍ਹਨੇ ਪੈਣਗੇ, ਤੁਕਾਂਤ ਜੋੜਨ ਲਈ। ਤੁਕਾਂਤ ਮਿਲਾਉਣਾ ਹੁੰਦਾ ਹੈ, ਇਸ ਕਰਕੇ ਫਿਰ ਉਹ ਬੋਲਦਾ ਸੱਚਾ ਅਮਰ ਸੱਚਾ ਪਾਤਸ਼ਾਹ। ਹੁਣ ਧਿਆਨ ਦੇਣਾ, ਪਾਤਸ਼ਾਹ ਫਾਰਸੀ ਦਾ ਸ਼ਬਦ ਨਹੀਂ ਹੈ, ਫਾਰਸੀ ਸ਼ਬਦ ਹੈ ਪਾਤਸ਼ਾਹ। ਬੋਲਣਾ ਹਾਹੇ ਔਂਕੜ ਹੈ। ਫਿਰ ਅਸੀਂ ਸੱਸੇ ਦੇ ਪੈਰ 'ਚ ਬਿੰਦੀ ਨਹੀਂ ਲਾ ਸਕਦੇ ਬਿਨਾਂ ਬਿੰਦੇ। ਪਾਤਸ਼ਾਹੋ ਇਹ ਹੁਣ ਹਿੰਦੀ ਦਾ ਸ਼ਬਦ ਹੈ। ਪਾਤਸ਼ਾਹ ਰਾਜਾ ਇਹ ਫਾਰਸੀ ਦਾ ਸ਼ਬਦ ਹੈ। ਪਾਤਸ਼ਾਹੋ ਇਹ ਹਿੰਦੀ ਦਾ ਸ਼ਬਦ ਹੈ। ਜੇ ਔਂਕੜ ਬੋਲਣਾ ਫਿਰ ਅਸੀਂ ਸ਼ਾਹ ਨਹੀਂ ਸ਼ਾਹੋ ਨਹੀਂ ਪੜ੍ਹ ਸਕਦੇ, ਉਹ ਗਲਤ ਹੋ ਜਾਏਗਾ। ਫਾਰਸੀ ਵਾਲਾ ਕੋਈ ਬੈਠਾ ਹੋਵੇਗਾ ਕਹਿੰਦਾ ਯਾਰ ਇਹਨਾਂ ਦਾ ਗਿਆਨ ਹੀ ਨਹੀਂ ਹੈ, ਇਹ ਪਾਤਸ਼ਾਹ ਨੂੰ ਪਾਤਸ਼ਾਹੋ ਕਹੀ ਜਾਂਦੇ ਨੇ। ਉਦੋਂ ਫਿਰ ਅਸੀਂ ਇਹ ਹਿੰਦੀ 'ਚ ਇਹਨੂੰ ਪਾਤਸ਼ਾਹੋ ਕਹਿੰਦੇ ਬਿਨਾਂ ਬਿੰਦੀ ਤੋਂ। ਬਿਨਾਂ ਬਿੰਦੀ ਤੋਂ ਇਹ ਹਿੰਦੀ 'ਚ ਪਾਤਸ਼ਾਹੋ ਹੀ ਇਸ ਸਪੈਲਿੰਗ ਹੈ। ਸੱਚਾ ਅਮਰ ਸੱਚਾ ਪਾਤਸ਼ਾਹੋ ਮਨ ਸਾਚੈ ਰਾਤੇ ਹਰ ਵੇ ਪ੍ਰਵਾਹੋ। ਸੱਚੈ ਮਹਿਲ ਸੱਚ ਨਾਮ ਸਮਾਹੋ। ਅਮਰ ਹੁੰਦਾ ਹੁਕਮ, ਸੱਚਾ ਬਿਨਾਂ ਸਦਾ ਰਹਿਣ ਵਾਲਾ। ਪਾਤਸ਼ਾਹ ਵੀ ਸੱਚਾ, ਪਰਮਾਤਮਾ ਵੀ ਸਦਾ ਰਹਿਣ ਵਾਲਾ, ਉਹਦਾ ਹੁਕਮ ਵੀ ਸਦਾ ਰਹਿਣ ਵਾਲਾ। ਅਮਰ ਬਣੇ ਹੁਕਮ। ਪਰਮਾਤਮਾ ਆਪ ਸਦਾ ਰਹਿਣ ਵਾਲਾ ਹੈ, ਉਹਦਾ ਹੁਕਮ ਵੀ ਸਦਾ ਰਹਿਣ ਵਾਲਾ ਹੈ। ਮਨ ਸਾਚੈ ਰਾਤੇ ਹਰ ਵੇ ਪਰਵਾ।
ਪਰਮਾਤਮਾ ਹੈਗਾ ਬੇਪਰਵਾਹ, ਇੱਕ ਉਹਦਾ ਲਾਪਰਵਾਹ, ਇੱਕ ਉਹਦਾ ਬੇਪਰਵਾਹ, ਇੱਕ ਹੁੰਦਾ ਕੇਅਰਲੈਸ, ਇੱਕ ਉਹਦਾ ਕੇਅਰ ਫਰੀ। ਕੇਅਰਲੈਸ ਦਾ ਹੋ ਗਿਆ ਲਾਪਰਵਾਹ, ਇਹ ਬੱਚਾ ਕੇਅਰਲੈਸ। ਇੱਕ ਹੁੰਦਾ ਕੇਅਰ ਫਰੀ, ਜਿਹਨੂੰ ਚਿੰਤਾ ਨਾ ਮਨ 'ਚ ਕੋਈ ਹੋਵੇ। ਪਰਮਾਤਮਾ ਨੂੰ ਇਸੇ ਲਈ ਬੇਪਰਵਾਹ ਕਿਹਾ ਕਿ ਪਰਮਾਤਮਾ ਨੇ ਇੰਨਾ ਕੁਛ ਬਣਾਇਆ ਹੈ ਜਿਹਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ, ਪਰ ਫਿਰ ਵੀ ਉਸਨੂੰ ਚਿੰਤਾ ਨਹੀਂ ਹੈ। ਇਹ ਸਾਰੇ ਕਸਰ ਚਲਾਉਣ ਦੀ ਉਹਨੂੰ ਚਿੰਤਾ ਨਹੀਂ ਹੈ, ਉਹ ਬੇਪਰਵਾਹ ਨਿਸ਼ਚਿੰਤ ਹੈ। ਪਰਮਾਤਮਾ ਨਿਸ਼ਚਿੰਤ ਹੈ। ਮਨ ਸਾਚੈ ਰਤਿ, ਜਿਹੜੇ ਮਨ 'ਚ ਪਰਮਾਤਮਾ ਦੇ ਪਿਆਰ 'ਚ ਰੰਗੇ ਜਾਂਦੇ ਹਨ, ਉਹ ਪਰਮਾਤਮਾ ਜੋ ਬੇਪਰਵਾਹ ਹੈ, ਉਹ ਲੋਕ ਵੀ ਸਮਾਂ ਪਾ ਕੇ ਬੇਪਰਵਾਹ ਹੋ ਜਾਂਦੇ ਹਨ। ਸੱਚੇ ਮਹਿਲ ਸੱਚ ਨਾਮ ਸਮਾਓ। ਪਰਮਾਤਮਾ ਸੱਚੇ ਮਹਿਲ, ਪਰਮਾਤਮਾ ਦੇ ਮਹਿਲ ਵਿੱਚ ਸੱਚ ਨਾਮ ਸਮਾਓ। ਪਰਮਾਤਮਾ ਦੇ ਨਾਮ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਜੇ ਅਸੀਂ ਪਰਮਾਤਮਾ ਦੇ ਮਹਿਲ 'ਚ ਪਹੁੰਚਣਾ ਤਾਂ ਪਰਮਾਤਮਾ ਦੇ ਨਾਮ ਸਾਧਨ ਹੈ। ਪਰਮਾਤਮਾ ਦੀ ਪ੍ਰਾਪਤੀ ਕਰਨੀ ਸਾਧਨ ਹੈ ਨਾਮ, ਸਾਧਨ ਨਾਮ। ਇਸ ਲਈ ਨਾਮ ਜਪਦੇ ਰਹਿਣਾ। ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਰੋ ਪਾਰ। ਸੁਣ ਮਨ ਮੇਰੇ, ਹੇ ਮੇਰੇ ਮਨ ਸੁਣ ਸ਼ਬਦ ਵਿਚਾਰ, ਜਿਹੜੀ ਬਾਣੀ ਦੀ ਵਿਚਾਰ ਕਰ। ਇਸ ਬਾਣੀ ਨੂੰ ਵਿਚਾਰ, ਫਿਰ ਜੋ ਵਿਚਾਰ ਕਰੇਗਾ ਤੈਨੂੰ ਕੀ ਗਿਆਨ ਹੋਏਗਾ? ਰਾਮ ਜਪੋ ਭਵਜਲ ਉਤਰੋ ਪਾਰ। ਹੇ ਭਾਈ ਤੁਸੀਂ ਨਾਮ ਜਪੋ ਤਾਂ ਤੁਸੀਂ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹੋ। ਇੱਕ ਤਾਂ ਭਵ ਸਾਗਰ ਹੋ ਗਿਆ ਸਮੁੰਦਰ। ਹਿੰਦੀ ਦੇ ਸ਼ਬਦ ਹੈ ਭਵ ਬਹੁਤ ਵੱਡਾ, ਭਵਯ। ਹਿੰਦੀ ਕਹਿੰਦੇ ਭਵਯ। उस लीडर का भव्य स्वागत किया गया, बहुत बड़ा स्वागत, भाव बहुत बड़ा। जिवें समुंदर, एक समुंदर हुंदा, एक ओशन हुंदा इंग्लिश सागर। एक समुंदर हुंदा, एक सागर हुंदा। समुंदर छोटा हुंदा, सागर वड्डा हुंदा, बहुत वड्डा। जे प्रशांत महासागर है, भाव सागर है, बहुत वड्डा समुंदर है। ਜਿਵੇਂ ਸਮੁੰਦਰ ਨੂੰ ਤੈਰ ਕੇ ਪਾਰ ਕਰਨਾ ਔਖਾ ਹੈ, ਇਸ ਤਰ੍ਹਾਂ ਸੰਸਾਰ ਨੂੰ ਵੀ ਭਵ ਸਾਗਰ ਕਿਹਾ। ਜਿਹੜਾ ਸਮੁੰਦਰ ਹੈ ਉਹਦੇ 'ਚ ਪਾਣੀ ਹੁੰਦਾ, ਉਹਨੂੰ ਕਿਸ਼ਤੀ ਰਾਹੀਂ, ਸਮੁੰਦਰੀ ਜਹਾਜ਼ ਰਾਹੀਂ ਅਸੀਂ ਤਰ ਕੇ ਪਾਰ ਹੋ ਸਕਦੇ। ਸੰਸਾਰ ਹੈ, ਇਹਨੂੰ ਵੀ ਭਵ ਸਾਗਰ ਕਿਹਾ ਹੈ। ਇਹਦੇ 'ਚ ਕਾਹਦਾ ਪਾਣੀ ਹੈ? ਇਹ 'ਚ ਬੁਰਾਈਆਂ ਦਾ ਪਾਣੀ, ਇਹ 'ਚ ਮੋਹ ਦਾ ਚਿੱਕੜ ਹੈ। ਇਸ ਲਈ ਤੁਸੀਂ ਜਦੋਂ ਚਿੱਕੜ ਦੇ ਵਿੱਚ ਤੁਰੋ ਨਾ, ਤੁਹਾਡਾ ਪੈਰ ਫਿਸਲ ਕੇ ਪਿੱਛੇ ਨਹੀਂ ਜਾਂਦਾ, ਅੱਗੇ ਨੂੰ ਨਹੀਂ ਜਾਂਦਾ। ਤਿਲਕਣ ਦਾ ਵੀ ਖਤਰਾ ਰਹਿੰਦਾ। ਬੜੀ ਆਪਾਂ ਪੈਰ ਦੀ ਉਂਗਲਾਂ ਅੜਾ ਕੇ ਤੁਰਦੇ ਹਾਂ ਵੀ ਕਿਤੇ ਤਿਲਕ ਨਾ ਜਾਈਏ। ਜਦੋਂ ਬੰਦਾ ਤਿਲਕਦਾ ਬਹੁਤ ਆਮ ਤੌਰ 'ਤੇ ਪਿੱਛੇ ਨੂੰ ਉਹਦੇ ਪੈਰ ਜਾਂਦੇ ਨੇ। ਇਸ ਲਈ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਇਸ ਜਲ ਹੈ। ਸਮੁੰਦਰ 'ਤੇ ਪਾਣੀ ਹੁੰਦਾ, ਇਸੇ ਕਾਹਦਾ ਪਾਣੀ ਸੰਸਾਰ 'ਚ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬੁਰਾਈਆਂ ਦਾ। ਜਿਵੇਂ ਸਮੁੰਦਰ ਨੂੰ ਤਰ ਕੇ ਪਾਰ ਹੋਣਾ ਔਖਾ ਹੈ, ਇਸੇ ਤਰ੍ਹਾਂ ਇਸ ਬੁਰਾਈਆਂ ਰੂਪੀ ਸੰਸਾਰ ਨੂੰ ਤਰ ਕੇ ਪਾਰ ਹੋਣਾ ਔਖਾ ਹੈ। ਫਿਰ ਕੀ ਸਾਧਨ ਵਰਤਿਆ ਜਾਵੇ? ਜਦ ਕਿਸ਼ਤੀ ਲਓ ਜਾਂ ਫਿਰ ਸਮੁੰਦਰੀ ਜਹਾਜ਼ ਲਓ ਸਮੁੰਦਰ ਨੂੰ ਪਾਰ ਕਰਨ ਲਈ। ਇਹ ਸੰਸਾਰ ਸਮੁੰਦਰ ਨੂੰ ਪਾਰ ਕਰਨਾ, ਇਹ ਨਾਮ ਦਾ ਆਸਰਾ ਕਰਨਾ। ਪਰਮਾਤਮਾ ਦਾ ਨਾਮ ਤੁਹਾਡੇ ਲਈ ਬੋਹਿਤ ਹੈ, ਇਹ ਜਹਾਜ਼ ਹੈ। ਸਤਿਗੁਰਾਂ ਨੇ ਜਹਾਜ਼ ਬਣਾਇਆ, ਆ ਜਾਓ ਜਿੰਨੇ ਪਾਰ ਲੰਘਣਾ। ਇਹ ਬਾਣੀ ਪਰਮਾਤਮਾ ਦਾ ਨਾਮ ਜਹਾਜ਼ ਹੈ। ਇਹ ਨਾਮ ਬਾਣੀ ਦੇ ਵਿੱਚ ਬੈਠ ਕੇ ਹੀ ਅਸੀਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ। ਮਨ ਸਾਚੈ ਰਾਤੇ ਹਰ ਵੇ ਪ੍ਰਵਾਹ, ਸੱਚੇ ਮਹਿਲ ਸਚ ਨਾਮ ਸਮਾ। ਸਭ ਇਸ ਸੱਚੇ ਮਹਿਲ 'ਚ ਪਰਮਾਤਮਾ ਦੇ ਨਾਮ ਰਾਹੀਂ ਪਹੁੰਚਿਆ ਜਾ ਸਕਦਾ। ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਰੋ ਪਾਰ।
ਇਹ ਮੇਰੇ ਮਨ ਤੂੰ ਨਾਮ ਜਪ, ਤੂੰ ਇਸ ਭਵ ਸਾਗਰ ਤੋਂ ਪਾਰ ਹੋ ਜਾਵੇਂਗਾ, ਇਹਨਾਂ ਬੁਰਾਈਆਂ ਤੋਂ ਬਚਿਆ ਰਹੇਗਾ। ਰਹਾਓ ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜੈ ਭਾਏ, ਮਨਮੁਖ ਨਾ ਚੇਤੈ ਆਵੈ ਜਾਏ। ਭਰਮੇ ਆਵੈ ਭਰਮੇ ਜਾਏ, ਮਨੁੱਖ ਭਰਮ 'ਚ ਹੀ ਪੈਦਾ ਹੋਇਆ, ਭਰਮ 'ਚ ਹੀ ਇੱਥੋਂ ਚਲੇ ਜਾਂਦੇ, ਇਹਦੀ ਲਾਈਨ ਹੀ ਕਲੀਅਰ ਹੁੰਦੀ। ਜਿੰਨਾ ਚਿਰ ਭਰਮ ਦੂਰ ਨਹੀਂ ਹੁੰਦਾ, ਭਰਮ ਕੀ ਹੈ? ਜੋ ਸੱਚ ਹੈ ਉਹ ਝੂਠ ਲੱਗੇ, ਜੋ ਝੂਠ ਹੈ ਉਹ ਸੱਚ ਲੱਗੇ। ਜੋ ਪਾਣੀ ਹੈ ਉਹ ਧਰਤੀ ਲੱਗੇ, ਜੋ ਧਰਤੀ ਉਹ ਪਾਣੀ ਲੱਗੇ। ਭਰਮ ਅੱਖਾਂ ਦਾ ਵੀ ਭਰਮ ਹੈ। ਤੁਸੀਂ ਗਰਮੀਆਂ ਦੇ ਮੌਸਮ ਵਿੱਚ ਬੱਸ 'ਚ ਮੰਨ ਲਓ ਬੈਠੇ ਹੋ, ਲੋਕਾਂ ਵਾਲੀ ਸੜਕ ਹੈ, ਉਹ ਤਪਸ਼ ਦੇ ਨਾਲ ਵਿੱਚੋਂ ਭਾਫ ਨਿਕਲਦੀ ਹੈ, ਦੂਰੋਂ ਤੁਹਾਨੂੰ ਲੱਗੂ ਉਹ ਸੜਕ 'ਤੇ ਤਾਂ ਪਾਣੀ ਖੜ੍ਹਾ ਹੈ, ਤੁਸੀਂ ਖਿੜਕੀ 'ਚ ਇੱਧਰ ਉੱਧਰ ਦੇਖਦੇ, ਬੱਦਲ ਤਾਂ ਕੋਈ ਹੈ ਨਹੀਂ, ਫਿਰ ਤੁਹਾਨੂੰ ਯਾਦ ਆਉਂਦਾ ਉਹ ਇਹ ਤਾਂ ਭਰਮ ਹੈ ਅੱਖਾਂ। ਜਦੋਂ ਉੱਥੇ ਪਹੁੰਚਦੇ ਤਾਂ ਕੋਈ ਪਾਣੀ ਨਹੀਂ। ਇੰਗਲਿਸ਼ ਨੂੰ ਕਹਿੰਦੇ ਮਿਰਾਜ, ਹਿਰਨ ਦਾ ਵੀ ਉਦਾਹਰਨ ਦਿੰਦੇ ਨੇ। ਗਰਮੀਆਂ ਦਾ ਮੌਸਮ ਹੈ, ਰੇਤਾ ਤਪ ਗਿਆ ਹੈ, ਉਹਦੇ 'ਚ ਭਾਫ ਨਿਕਲਦੀ ਹੈ, ਹਿਰਨ ਨੂੰ ਐਂ ਲੱਗਦਾ ਵੀ ਉਹ ਉੱਥੇ ਪਾਣੀ ਹੈ, ਵਿਚਾਰਾ ਪਿਆਸਾ ਉੱਥੇ ਭੱਜਿਆ ਜਾਂਦਾ, ਉੱਥੇ ਪਾਣੀ ਕੋਈ ਨਹੀਂ ਹੁੰਦਾ। ਫਿਰ ਉਹ ਅੱਗੇ ਲੱਗਦਾ ਉੱਥੇ ਪਾਣੀ ਹੈ, ਫਿਰ ਭੱਜੇ ਉੱਥੇ ਪਾਣੀ ਕੋਈ ਨਹੀਂ, ਐਂ ਤੜਫ ਤੜਫ ਕੇ ਮਰ ਜਾਂਦਾ। ਐਂ ਤੜਫ ਐਂ ਹੀ ਬੰਦਾ ਮਾਇਆ ਦੇ ਮਗਰ ਭੱਜਿਆ ਰਹਿੰਦਾ, ਉੱਥੇ ਜ਼ਿਆਦਾ ਮਿਲੇਗੀ ਉੱਥੇ ਚਲੇ ਜਾਂਦੇ, ਉੱਥੇ ਨਹੀਂ ਗੱਲ ਬਣਦੀ, ਹੋਰ ਥਾਂ 'ਤੇ ਜ਼ਿਆਦਾ ਉੱਥੇ ਚਲੇ ਜਾਏ। ਇਸ ਤਰ੍ਹਾਂ ਹੀ ਬੰਦਾ ਲੱਗਾ ਰਹਿੰਦਾ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਇਹ ਭਰਮ 'ਚ ਹੀ ਪੈਦਾ ਹੁੰਦਾ ਹੈ, ਭਰਮ 'ਚ ਹੀ ਇਸ ਸੰਸਾਰ ਤੋਂ ਜ਼ਿਆਦਾ ਭਰਮ ਹੀ ਨਹੀਂ ਖਤਮ ਹੁੰਦਾ। ਗੁਰਮੁਖ ਹੋਵੇ, ਹੌਲੀ ਹੌਲੀ ਭਰਮ ਖਤਮ ਹੋਵੇ ਤਾਂ ਜਾ ਕੇ ਕਰੋ, ਫਿਰ ਅਸਲੀਅਤ ਦਾ ਪਤਾ ਲੱਗੇ। ਇਹ ਜਗ ਜਨਮਿਆ ਦੂਜੇ ਭਾਏ, ਅਸੀਂ ਕਿਉਂ ਜਨਮ ਲੈਂਦੇ ਹਾਂ? ਦੂਜੇ ਭਾਏ, ਸਾਡਾ ਮਾਇਆ ਨਾਲ ਪਿਆਰ ਹੈ। ਜੇ ਗੁਰੂ ਜਾਂ ਰੱਬ ਨਾਲ ਪਿਆਰ, ਫਿਰ ਤਾਂ ਦੁਬਾਰਾ ਜਨਮ ਲੈਣਾ ਹੀ ਨਹੀਂ ਪੈਂਦਾ, ਫਿਰ ਦੁਬਾਰਾ ਜਨਮ ਲੈਣਾ ਹੀ ਨਹੀਂ ਪੈਂਦਾ। ਮਾਇਆ ਨਾਲ ਪਿਆਰ ਹੋਣ ਕਰਕੇ ਅਸੀਂ ਵਾਰੀ ਵਾਰੀ ਜਨਮ ਲੈਂਦੇ ਰਹਿੰਦੇ। ਮਨਮੁਖ ਨਾ ਚੇਤੈ ਆਵੈ ਜਾਏ, ਜਿਹੜਾ ਮਨਮੁਖ ਹੈ ਉਹ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਹੈ, ਇਸ ਲਈ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ। ਗੁਰਮੁਖ ਹੋਵੇਗਾ, ਨਾਮ ਜਪੇਗਾ, ਫਿਰ ਉਹਦਾ ਕਿਤੇ ਆਵਾਗਮਨ ਦਾ ਚੱਕਰ ਖਤਮ ਹੋਵੇਗਾ। ਇਸ ਲਈ ਮਨਮੁਖ ਜਿਹੜਾ ਹੈ ਉਹ ਜੰਮਦਾ ਮਰਦਾ ਰਹਿੰਦਾ। ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ, ਇਹ ਜੀਉ ਵਿਡਾਣੀ ਚਾਕਰੀ ਲਾਇਆ, ਮਹਾਂ ਦੁੱਖ ਖਟੇ ਬਿਰਥਾ ਜਨਮ ਗਵਾਇਆ। ਇਹ ਜੀਵ ਆਪ ਭੁੱਲਿਆ ਕਿ ਇਹਨੂੰ ਪਰਮਾਤਮਾ ਨੇ ਭੁਲਾਇਆ ਹੋਇਆ ਹੈ। ਇਹ ਜੀਵ ਆਪ ਭੁੱਲਿਆ ਹੋਇਆ ਹੈ, ਕਿਸ ਨੂੰ ਪਰਮਾਤਮਾ ਨੇ ਭੁਲਾਇਆ। ਜਿਹੜੀ ਤੇ ਪਹਿਲੀ ਅਵਸਥਾ ਹੈ, ਧਰਮ ਦੀ ਪਹਿਲੀ ਅਵਸਥਾ, ਜੀਵ ਆਪ ਭੁੱਲਿਆ ਹੋਇਆ ਹੈ। ਬ੍ਰਹਮ ਗਿਆਨ ਦੀ ਅਵਸਥਾ, ਪਰਮਾਤਮਾ ਨੇ ਇਸ ਨੂੰ ਭੁਲਾਇਆ ਹੈ। ਜਿਤ ਜਿਤ ਲਾਵੋ ਤਿਤ ਤਿਤ ਲਗਟੂ, ਜਿਸ ਪਾਸੇ ਪਰਮਾਤਮਾ ਨੇ ਕਿਸੇ ਨੂੰ ਲਾ ਦੇ ਉਸੇ ਪਾਸੇ ਲੱਗਿਆ ਹੋਇਆ ਹੈ। ਉਹ ਤੋਂ ਹਟਣਾ ਬੜਾ ਔਖਾ, ਕਿਉਂਕਿ ਰੱਬ ਨੇ ਉਹਨੂੰ ਉਸ ਪਾਸੇ ਲਾ ਰੱਖਿਆ। ਰੱਬ ਕਿਉਂ ਇਸ ਤਰ੍ਹਾਂ ਕਰਦਾ ਹੈ? ਜੇ ਇੱਕ ਮੈਨੂੰ ਕਹਿੰਦੇ ਜਿਹੜੇ ਵੀ ਜੇ ਰੱਬ ਨੇ ਹੀ ਲਾਇਆ, ਜਿੱਤ ਲਾਵੋ ਤਿੱਤ ਲੱਗਣਾ, ਇਹ ਤਾਂ ਮਤਲਬ ਰੱਬ ਕਹਿੰਦਾ ਚੋਰੀਆਂ ਕਰੋ, ਰੱਬ ਕਹਿੰਦਾ ਡਾਕੇ ਮਾਰੋ, ਰੱਬ ਕਹਿੰਦਾ ਠੱਗੀਆਂ ਕਰੋ, ਰੱਬ ਕਹਿੰਦਾ ਕਤਲ ਕਰੋ। ਜੇ ਰੱਬ ਨਹੀਂ ਲਾਇਆ ਤਾਂ ਮੈਂ ਰੱਬ ਨੇ ਸਾਡੇ ਕਰਮ ਵੇਖ ਕੇ ਸਾਨੂੰ ਲਾਇਆ। ਉਹ ਰੱਬ ਹੀ ਕਦ ਜਿਹੜੇ ਕਿਸੇ ਨੂੰ ਮਾੜੇ ਪਾਸੇ ਲਾ ਦੇ, ਉਹਨੇ ਤਾਂ ਸਾਡੇ ਕਰਮ ਦੇਖੇ, ਕਰਮਾਂ ਦੇ ਅਨੁਸਾਰ ਉਹਨੇ ਸਾਡੀ ਕਿਸਮਤ ਲਿਖਦੀ, ਜੋ ਹੁਣ ਲੱਗੇ ਰਹੋ, ਭੋਗੀ ਜੇ ਆਪਣੇ ਕਰਮ। ਕਰਮ ਵੀ ਤਾਂ ਪਰਮਾਤਮਾ ਨੇ ਭੁਗਤਾਣੇ ਨਾ। ਹੁਣ ਪਿਛਲੇ ਜਨਮ 'ਚ ਮੈਂ ਮਾੜਾ ਕੰਮ ਕੀਤਾ ਅਤੇ ਪਰ ਛਿੱਤਰਾਂ ਤੋਂ ਬਚ ਗਿਆ। ਉਹ ਕਹਿੰਦੇ ਕੋਈ ਨਹੀਂ, ਮਾੜਾ ਤੇਰਾ ਕਰਮ ਖੜਾ ਰਿਹਾ, ਜੇ ਤੈਨੂੰ ਛਿੱਤਰ ਪੈ ਜਾਂਦੇ ਤੇਰਾ ਕਰਮ ਖਤਮ ਸੀ, ਭੁਗਤ ਗਿਆ, ਨਿਬੜਿਆ ਕੰਮ। ਮੈਂ ਕੋਈ ਮਾੜਾ ਕੰਮ ਕੀਤਾ, ਮੈਨੂੰ ਸਜ਼ਾ ਮਿਲ ਜਾਂਦੀ ਹੈ, ਮੈਨੂੰ ਕੈਦ ਹੋ ਜਾਂਦੀ ਹੈ, ਮੇਰਾ ਕਰਮ ਖਤਮ ਹੋ ਗਿਆ ਕਿ ਮੈਂ ਭੋਗ ਲਿਆ, ਪਰ ਮੈਂ ਬਚ ਗਿਆ। ਪਤਾ ਨਹੀਂ ਲੱਗਾ ਜਾਂ ਮੈਂ ਕਾਬੂ ਨਹੀਂ ਆਇਆ, ਕਰਮ ਤਾਂ ਮੇਰਾ ਖੜਾ ਨਾ, ਉਹ ਹੁਣ ਭੁਗਤਾਉਣਾ।
ਉਹ ਕਹਿੰਦਾ ਕੋਈ ਨਹੀਂ, ਮੈਂ ਆ ਚੱਲ ਤੂੰ, ਤੈਨੂੰ ਮੈਂ ਐਸ ਕੰਮ 'ਤੇ ਲਾਵਾਂਗਾ, ਇਸ ਫਿਰ ਤੂੰ ਬਚ ਹੀ ਨਹੀਂ ਸਕੇ, ਤੈਨੂੰ ਫਿਰ ਸਜ਼ਾ ਮਿਲਣੀ ਮਿਲਣੀ। ਇਹ ਮਨੁੱਖ ਕਰਮ ਕਰਦਾ ਫਿਰ ਉਹਨੂੰ ਭੋਗਦਾ ਰਹਿੰਦਾ ਹੈ। ਜੋ ਕਮਿਊਨਿਜ਼ਮ ਹੈ, ਸੋਸ਼ਲਿਜ਼ਮ ਹੈ, ਜੋ ਸਾਡੀ ਅਕਲ ਹੈ, ਉਹ ਕਹਿੰਦੀ ਵੀ ਨਹੀਂ, ਇਹ ਸੰਸਾਰ 'ਚ ਬੇਇਨਸਾਫੀਆਂ ਹੁੰਦੀਆਂ ਨੇ, ਇਹ ਭੈੜੀਆਂ ਸਰਕਾਰਾਂ ਨੇ, ਇਹ ਆਹ ਹੈ ਉਹ ਹੈ। ਲੱਗਦਾ ਵੀ ਠੀਕ ਹੈ ਦੇਖਣ, ਪਰ ਧਰਮ ਕਹਿੰਦਾ ਨਹੀਂ, ਜੇ ਤੁਹਾਡਾ ਭੈੜਾ ਵਿਹਾਰ ਹੋ ਰਿਹਾ, ਤੁਸੀਂ ਪਿਛਲੇ ਜਨਮ 'ਚ ਕਰਮ ਹੀ ਐਸੇ ਕੀਤੇ ਜਿਸ ਕਰਕੇ ਤੁਹਾਡਾ ਭੈੜਾ ਵਿਹਾਰ ਹੋ ਰਿਹਾ। ਤੁਹਾਡੇ ਚੋਰੀ ਹੋ ਗਈ ਹੈ, ਤੁਸੀਂ ਪਿਛਲੇ ਜਨਮ 'ਚ ਕੀਤੀ ਚੋਰੀ, ਉਦੋਂ ਤੁਸੀਂ ਗਏ ਬਚ, ਹੁਣ ਹੋ ਗਈ ਹੈ, ਜਾਂਦਾ ਕਿੱਥੇ ਕਹਿੰਦੇ ਜਾਏਂਗੇ ਕਿਤੇ, ਭੋਗੇ ਬਿਨ ਭਾਗੇ ਨਹੀਂ। ਸੰਤ ਅਤਰ ਸਿੰਘ ਦੀ ਮਾਂ ਬੀਬੀ ਭੋਲੀ ਬਹੁਤ ਬਿਮਾਰ ਹੋ ਗਈ, ਦੁੱਖ ਸਹਿ ਨਹੀਂ ਹੁੰਦਾ। ਕੁਦਰਤੀ ਕਈ ਵਾਰੀ ਐਸੇ ਆਪਣਾ ਦਰਦ ਨਹੀਂ ਸਹਿ ਹੁੰਦਾ ਜੀ, ਇੰਨਾ ਵੱਡਾ ਬੰਦਾ ਰੋਂਦਾ ਨਹੀਂ, ਛੋਟਾ ਰੋ ਪੈਂਦਾ, ਬਸ ਇੰਨਾ ਹੀ ਫਰਕ ਹੈ। ਕਈ ਵਾਰੀ ਇੰਨੀ ਪੀੜ ਹੁੰਦੀ ਹੈ ਕਿਸੇ ਬਿਮਾਰੀ ਕਾਰਨ ਕਿ ਬੰਦਾ ਵੱਡਾ ਰੋਂਦਾ ਨਹੀਂ, ਕਸਰ ਬਾਕੀ ਕੋਈ ਨਹੀਂ ਰਹਿੰਦੀ। ਮੰਨ ਲਓ ਕਿਤੇ ਪਥਰੀ ਹੋ ਜਾਏ, ਜਦੋਂ ਪਥਰੀ ਦਾ ਪਹਿਲੀ ਵਾਰ ਦਰਦ ਹੁੰਦਾ ਨਾ, ਇਹ ਸਹਿ ਨਹੀਂ ਹੁੰਦਾ। ਵੱਡਾ ਹੋਣ ਕਰਕੇ ਬੰਦਾ ਰੋਂਦਾ ਨਹੀਂ, ਛੋਟਾ ਰੋ ਪੈਂਦਾ, ਬਸ ਇੰਨਾ ਹੀ। ਸੋ ਮੈਂ ਕੀ ਕਰਮਾਂ ਬਾਰੇ ਦੱਸ ਰਿਹਾ ਸੀ ਕੋਈ। ਹਾਂ, ਸੰਤ ਅਤਰ ਸਿੰਘ ਮਾਂ, ਉਦੋਂ ਦੇ ਸੰਤ ਅਤਰ ਸਿੰਘ ਜੀ ਵੀ ਬਾਹਰੋਂ ਆ ਗਏ, ਕਹਿੰਦੇ ਵੇ ਪੁੱਤ, ਮੈਂ ਬਹੁਤ ਦੁਖੀ ਹਾਂ, ਮੇਰੇ ਤੋਂ ਨੇ ਦੁੱਖ ਸਹਿ ਨਹੀਂ ਹੁੰਦਾ, ਅਤੇ ਤੂੰ ਤਾਂ ਸੰਤ ਹੈ, ਤੂੰ ਅਰਦਾਸ ਕਰ ਦੇ, ਮੇਰਾ ਦੁੱਖ ਦੂਰ ਹੋ ਜਾਏ। ਸੰਤ ਤੇਜਾ ਸਿੰਘ ਜੀ ਕਹਿੰਦੇ ਉਦੋਂ ਮੈਂ ਸੀ ਸਿਰਫ ਅੰਦਰ, ਹੋਰ ਕੋਈ ਨਹੀਂ ਸੀ। ਮਹਾਂਪੁਰ ਕਹਿੰਦੇ ਦੇਖੋ ਮਾਤਾ ਜੀ, ਇਹ ਤੁਸੀਂ ਆਪਣੇ ਪਿਛਲੇ ਜਨਮ ਦਾ ਕਰਮ ਭੋਗ ਰਹੇ ਹੋ, ਮੈਂ ਅਰਦਾਸ ਕਰ ਦਾਂਗਾ ਤੁਸੀਂ ਠੀਕ ਹੋ ਜਾਓਗੇ, ਇਸ 'ਚ ਕੋਈ ਸ਼ੱਕ ਨਹੀਂ ਹੈ, ਪਰਮਾਤਮਾ ਮੇਰੀ ਨਹੀਂ ਮੋੜੇਗਾ, ਪਰ ਤੁਹਾਡਾ ਕਰਮ ਤੇ ਖੜਾ ਰਹਿ ਜਾਏਗਾ ਨਾ, ਅਗਲੇ ਜਨਮ ਫਿਰ ਭੋਗਣਾ ਪੈਣਾ। ਇਹ ਨਹੀਂ ਖੜਾ, ਜਿੰਨਾ ਰਹਿ ਗਿਆ ਕਰਮ ਉਨੇ ਜਨਮ ਫਿਰ ਭੋਗਣਾ ਪੈਣਾ ਅਗਲੇ ਜਨਮ 'ਚ। ਇਸ ਲਈ ਚੰਗਾ ਇਹੀ ਹੈ ਵੀ ਜੀਵ ਦੰਦਾਂ ਹੇਠਾਂ ਲੈ ਕੇ ਔਖੇ ਸੌਖੇ ਟਾਈਮ ਕੱਟ ਲਓ, ਤੁਹਾਨੂੰ ਮੁੜ ਕੇ ਜਨਮ ਨਹੀਂ ਲੈਣਾ ਪਏਗਾ। ਨਹੀਂ ਤਾਂ ਇਸੇ ਕਰਮ ਲਈ ਜਿੰਨੇ ਦਿਨਾਂ ਦਾ ਬਾਕੀ ਕਰਮ ਰਹਿ ਗਿਆ, ਅਗਰ ਉਹ ਮੈਂ ਤੁਹਾਨੂੰ ਤੰਦਰੁਸਤ ਕਰਤਾ, ਕਰਮ ਖੜਾ ਹੈ। ਮਾਤਾ ਜੀ ਇਹਨਾਂ ਦਿਨਾਂ ਲਈ ਤੁਹਾਨੂੰ ਫਿਰ ਅਗਲਾ ਸਾਰਾ ਜਨਮ ਲੈਣਾ ਪੈਣਾ। ਸਿਆਣੇ ਪਏ ਤੁਸੀਂ ਔਖੇ ਸੌਖੇ ਕੱਟ ਲਓ। ਅਤੇ ਸੰਤ ਤੇਜਾ ਸਿੰਘ ਲਿਖਦੇ ਨੇ, ਫਿਰ ਮਾਤਾ ਜੀ ਨੇ ਕਦੇ ਸੀ ਵੀ ਮੂੰਹੋਂ ਨਹੀਂ ਵਿਚਾਰੇ, ਦੁੱਖ ਸਹਿ ਲਏ ਵੀ ਚਲੋ ਕਰਮ ਨਿਬੜੇ। ਇਸ ਲਈ ਇਹ ਕਰਮ ਜਿਹੜੇ ਹੈ, ਇਹਨਾਂ ਤੋਂ ਖਹਿੜਾ ਛੁੱਟਣਾ ਬੜਾ ਮੁਸ਼ਕਿਲ ਹੈ। ਤਾਂ ਹੈ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਜਿੰਨਾ ਰਮਾਇਣ ਲਿਖੀ ਨਾ ਤੁਲਸੀਦਾਸ ਜੀ ਨੇ, ਉਹ ਲਿਖਦੇ ਕਹਿੰਦੇ ਕਰਮ ਇੰਨੇ ਬਲਵਾਨ ਨੇ, ਇਹ ਭੋਗੇ ਬਿਨਾਂ ਖਹਿੜਾ ਨਹੀਂ ਛੱਡਦੇ, ਭੋਗਣੇ ਪੈਂਦੇ ਨੇ। ਕਰਮ ਕਰਨੇ ਆਸਾਨ ਹੁੰਦੇ, ਕਿਹੜਾ ਪੁੱਛਦਾ। ਜਦੋਂ ਬੰਦਾ ਕੰਮ ਕਰਦਾ ਨਾ, ਉਹ ਕਿਹੜਾ ਪੁੱਛਦਾ। ਆਪਣੀ ਸਰਕਾਰੇ ਦਰਬਾਰੇ ਚੱਲਦੀ, ਆਪਾਂ ਨੂੰ ਕਿੰਨੇ ਕੁਛ ਕਹਿਣਾ, ਸਦਾ ਨਹੀਂ ਚੱਲਿਆ ਕਰਦੀ, ਸਦਾ ਨਹੀਂ ਚੱਲਿਆ ਕਰ। ਆ ਕਿੰਨੇ ਮੁੱਖ ਮੰਤਰੀਆਂ ਦੇ ਮੁਕੱਦਮੇ ਚੱਲ ਰਹੇ ਨੇ, ਗਵਰਨਰਾਂ ਦੇ ਚੱਲ ਰਹੇ ਨੇ, ਪੁਰਾਣੇ ਪ੍ਰਧਾਨ ਮੰਤਰੀਆਂ ਦੇ ਚੱਲ ਰਹੇ ਨੇ, ਅਸਾਧਾ ਸੰਤਾਂ ਦੇ ਚੱਲ ਰਹੇ ਨੇ। ਇਹਨਾਂ ਦੀ ਇਸੇ ਲਈ ਕੀਤਾ, ਲੈ ਕਿਹੜਾ ਪੁੱਛਦਾ। ਉਹ ਕਹਿੰਦਾ ਆਪਣਾ ਰਾਜ ਹੈ, ਆਪਾਂ ਨੂੰ ਕਿੰਨੇ ਪੁੱਛਣੇ, ਰਾਜ ਸਦਾ ਥੋੜ੍ਹਾ ਰਹਿਣਾ। ਸੰਤ ਮੰਨ ਲੈ, ਆਪਣੇ ਵੱਡੇ ਵੱਡੇ ਮੰਤਰੀ ਆ ਕੇ, ਵੱਡੇ ਆ ਕੇ ਅਤੇ ਮੱਥੇ ਟੇ ਡੰਡੌਤਾ, ਆਪਾਂ ਨੂੰ ਕਿਸੇ ਨੇ ਕੀ ਕਹਿਣਾ, ਉਹਦੀ ਪਤਾ ਲੱਗੇ ਜੇਲ੍ਹ ਹੋ ਜਾਂਦੀ। ਇਹ ਕਰਮ ਨਹੀਂ ਛੱਡਦੇ ਖੜਾ। ਕਰਮ ਬੜੇ ਹੀ ਸੋਚ ਕੇ ਕਰਨੇ ਪੈਂਦੇ ਨੇ ਵੀ ਇਹ ਮੈਂ ਹੀ ਭੋਗਣੇ ਨੇ, ਪਰ ਇਹ ਗੱਲ ਬੰਦੇ ਭੁੱਲ ਭੁਲਾ ਜਾਂਦੀ ਹੈ ਅਤੇ ਉਹ ਪੁੱਠੇ ਸਿੱਧੇ ਕੰਮ ਕਰਦਾ ਰਹਿੰਦਾ। ਇਸ ਲਈ ਫਿਰ ਅੱਗੇ ਕਰ ਭੋਗਦਾ ਰਹਿੰਦਾ, ਸਾਡਾ ਖਹਿੜਾ ਹੀ ਨਹੀਂ ਛੁੱਟਦਾ। ਕਦੋਂ ਅਸੀਂ ਬ੍ਰਹਮ ਗਿਆਨੀ ਹੋਈਏ ਤਾਂ ਜਾ ਕੇ ਕਿਤੇ ਸਾਡਾ ਖਹਿੜਾ ਛੁੱਟੇ। ਮਰਨ ਤੋਂ ਮਗਰੋਂ ਸਾਡੇ ਵਰਗੇ ਅਰਦਾਸ ਕਰ ਦਿੰਦੇ, ਹਾਂਜੀ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਇਸ ਤਰ੍ਹਾਂ ਕੋਈ ਨਿਵਾਸ ਨਹੀਂ ਮਿਲਦਾ। ਜਿਵੇਂ ਇੱਕ ਮੁਸਲਮਾਨ ਟੀਚਰ ਸੀ ਅਤੇ ਉਹਨਾਂ ਦੇ ਪਿੰਡ ਮੀਂਹ ਨਾ ਪਿਆ ਬੜੀ ਦੇਰ। ਉਹਨੇ ਸੋਚਿਆ ਬੱਚਿਆਂ ਨੂੰ ਮੈਂ ਮਸੀਤ 'ਚ ਲੈ ਜਾਂਦਾ,
ਇਹਨਾਂ ਤੋਂ ਅਰਦਾਸ ਕਰਾਉਣਾ ਵੀ ਅੱਲਾ ਬੱਚੇ ਛੇਤੀ ਮੰਨਦਾ। ਲੈ ਗਏ ਅੱਗੇ ਮੌਲਵੀ ਸੀ, ਕਹਿੰਦੇ ਆਓ ਜੀ ਉਸਤਾਦ ਜੀ ਕਿਵੇਂ ਆਏ ਹੋ? ਕਹਿੰਦੇ ਮੈਂ ਬੱਚਿਆਂ ਤੋਂ ਅਰਦਾਸ ਕਰਾਉਣੀ ਹੈ। ਕਹਿੰਦੇ ਕਾਹਦੀ? ਵੀ ਮੀਂਹ ਪਵੇ। ਕਹਿੰਦੇ ਮਾਸਟਰ ਜੀ ਜੇ ਬੱਚਿਆਂ ਦੇ ਕਹਿਣ 'ਤੇ ਮੀਂਹ ਪੈਂਦਾ ਹੁੰਦਾ ਨਾ ਤਾਂ ਇੱਕ ਵੀ ਟੀਚਰ ਜਿਉਂਦਾ ਨਹੀਂ ਸੀ ਰਹਿਣਾ। ਜਦੋਂ ਬੱਚੇ ਥੱਪੜ ਮਾਰ ਕੇ ਮਰ ਜਾਏ ਮਾਸਟਰ ਮਰ ਜਾਏ, ਇੱਕ ਵੀ ਨਹੀਂ ਜਿਉਂਦਾ ਰਹਿਣਾ। ਜਾ ਲੈ ਜਾ ਆਪਣੇ ਬੱਚੇ ਵਾਪਸ। ਐਵੇਂ ਤੈਨੂੰ ਭੁਲੇਖਾ ਵੀ ਨਹੀਂ ਦਿਰਦਾ। ਜੇ ਇਹਨਾਂ ਦੀ ਅਰਦਾਸ ਸੁਣੀ ਜੇ ਤੂੰ ਕਦੋਂ ਮਰ ਗਿਆ ਹੁੰਦਾ ਹੁਣ? ਤੂੰ ਸਾਰੇ ਦੇ ਸਾਰੇ ਟੀਚਰ ਮਰ ਗਏ ਹੁੰਦੇ ਜੇ ਰੱਬ ਬੱਚਿਆਂ ਦੀ ਅਰਦਾਸ ਸੁਣਦਾ ਹੁੰਦਾ। ਚੋ ਵਿਚਾਰਾ ਵਾਪਸ ਲੈ ਜੋ ਕੁਛ ਕਰਨਾ ਸੋ ਕਰ ਰਿਹਾ। ਉਹ ਅਰਦਾਸ ਵੀ ਬ੍ਰਹਮ ਗਿਆਨੀ ਦੀ ਸੁਣਦਾ, ਦੂਜੇ ਦੀ ਥੋੜ੍ਹੀ ਸੁਣਦਾ। ਜਦੋਂ ਕੋਈ ਸੰਤ ਮਹਾਤਮਾ ਬਣਨਾ ਕਦੇ ਨਹੀਂ ਕਿਸੇ ਦੀ ਅਰਦਾਸ ਕਰਦਾ। ਸਾਡੇ ਵਰਗੇ ਅੱਗੇ ਲਾ ਦਿੰਦਾ, ਆ ਤੁਸੀਂ ਕਰਿਓ ਅਰਦਾਸ ਜੀ। ਔਰ ਕਹਿੰਦੇ ਮੈਂ ਆਪਣੀ ਕਮਾਈ ਇਹਨਾਂ ਦੇ ਲਾਉਣੀ, ਨਲਾਇਕਾਂ ਦੇ, ਮੈਨੂੰ ਕੀ ਲੋੜ, ਮੈਂ ਆਪਣੀ ਕਮਾਈ ਇਹਨਾਂ ਦੇ ਲਾਉਣਾ। ਜਿਸ ਬੰਦੇ ਨੇ ਆਪਣੀ ਕਮਾਈ ਆਪਣੀ ਮਾਂ 'ਤੇ ਨਹੀਂ ਲਾਈ ਉਹ ਸਾਡੇ 'ਤੇ ਕਿਸ ਲਾਊਗਾ? ਅਰੇ ਸਮਝਾਇਆ ਇਹ ਕਰਮ ਭੋਗਣੇ ਪੈਣ। ਸੋ ਮਗਰੋਂ ਅਰਦਾਸਾਂ ਕਰੋ ਜੀ, ਹਾਂ ਜੀ ਗੁਰੂ ਚਰਨਾਂ 'ਚ ਨਿਵਾਸ ਬਖਸ਼ੋ ਜੀ, ਆਪਣਾ ਆਵਾਗਨ ਦੇ ਚੱਕਰ ਦਾ ਕੁਛ ਵੀ ਨਹੀਂ, ਇੱਥੇ ਧੱਕੇ ਤੋਂ ਖਾਈ ਨਾ। ਹੋ ਸਕਦਾ ਉਹਦੀ ਆਦਤ ਉੱਥੇ ਖੜੀ ਹੋਵੇ ਵੀ ਮੈਂ ਤਾਂ ਧੱਕੇ ਖਾ ਰਿਹਾ, ਮੈਂ ਕਿਤੇ ਕਿਸੇ ਗੁਰੂ ਦੇ ਚਰਨਾਂ 'ਚ ਨਹੀਂ ਗਿਆ। ਕੋਈ ਲਿਖੂਗਾ ਉਹ ਜੀ ਸਾਡੇ ਪੂਜਨੀਕ ਮਾਤਾ ਜੀ ਗੁਰੂ ਚਰਨਾਂ ਜਾ ਬਰਾਜੇ ਹਨ। ਪਹਿਲੇ ਆਪ ਹੀ ਲਿਖਦੇ ਵੀ ਦਿਵ ਦ੍ਰਿਸ਼ਟੀ ਖੁੱਲੀ ਹੋਈ ਹੈ ਵੀ ਜਾ ਬਰਾਜੀ। ਫਿਰ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਲਈ 12 ਵਜੇ ਤੋਂ ਲੈ ਕੇ 1 ਵਜੇ 'ਤੇ ਆਏ ਹੋ ਵੀ ਜੇ ਤੁਹਾਡੀ ਮਾਂ ਗੁਰੂ ਚਰਨਾਂ 'ਚ ਬਰਾਜ ਗਏ, ਨੱਚੋ ਟੱਪੋ, ਸਗੋਂ ਭੰਗੜੇ ਪਾਓ, ਬੱਲੇ 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 ਬੱਲੇ। ਸਾਡੀ ਮਾਂ ਹੁਣ ਗੁਰੂ ਰਹਿੰਦੇ ਸੱਚਖੰਡ 'ਚ ਅਤੇ ਗੁਰੂ ਦੇ ਚਰਨ ਜਾਣ ਮੈਂ ਸੱਚਖੰਡ ਚਲੀ ਗਈ ਨਾ। ਕੋਈ ਕਹੂਗਾ ਜੀ ਉਹ ਜਿਹੜਾ ਸਵਰਗ ਸੁਧਾਰ ਗਿਆ ਸਾਡਾ ਬਾਪ ਜੀ, ਸੁਧਾਰ ਹੁੰਦਾ ਜਾਣਾ ਵੀ ਸਵਰਗਾਂ ਨੂੰ ਚਲੇ ਗਏ। ਹਾਂ ਮੈਂ ਆਹ ਤਾਂ ਬੜਾ ਬ੍ਰਹਮ ਗਿਆਨੀ ਐਡੀ ਦਿਵ ਦ੍ਰਿਸ਼ਟੀ ਵੇਖ ਰਿਹਾ ਮੇਰਾ ਬਾਪ ਉਹ ਸਵਰਗ ਨੂੰ ਚਲੇ ਗਿਆ। ਉਹ ਵਿਚਾਰਾ ਭਾਵੇਂ ਉੱਥੇ ਜਮਦੂਤਾਂ ਦੇ ਡੰਡੇ ਖਾਂਦਾ ਹੋਵੇ, ਸਭ ਫਾਰਮੈਲਿਟੀਆਂ ਨੇ। ਗੁਰਬਾਣੀ ਕਹਿੰਦੇ ਜੋ ਤੁਸੀਂ ਕੀਤਾ ਨਾ ਉਹੀ ਤੁਹਾਨੂੰ ਮਿਲਣਾ, ਜੋ ਤੁਸੀਂ ਕੀਤਾ ਉਹੀ ਤੁਹਾਨੂੰ ਮਿਲਣਾ ਹੈ। ਕਿਤੇ ਸਾਨੂੰ ਇਹ ਹਮੇਸ਼ਾ ਯਾਦ ਰਹਿ ਜੇ ਫਿਰ ਹੋ ਸਕਦਾ ਸਾਡੀ ਕੋਈ ਗੱਲ ਬਣ ਜੇ। ਪਰ ਹੁਣ ਕਲਯੁਗ ਖੜਾ ਹੈ, ਕਹਿੰਦਾ ਜਾਣ ਸੇ ਤੂੰ ਵੀ ਹਾਲ ਹੈ, ਤੇਰੇ ਨੂੰ ਵੀ ਹਾਲ ਲੈਣ ਦੇ। ਆਹ ਤੇਰਾ ਸਾਰੇ ਘੰਟੇ ਦਾ ਬੋਲਿਆ ਭੁਲਾ ਭਲੂ ਦੇਣਾ ਮੈਨੂੰ, ਸਭ ਇਹਨਾਂ ਸੰਸਾਰ ਕੇ ਸੋਚਾਂ ਸੱਚਾਂ ਜਲਾ ਦੇਣਾ। ਖੈਰ ਗੁਰੂ ਮਹਾਰਾਜ ਕਿਰਪਾ ਕਰਨ। ਇਸੀ ਕਹੇ ਮਨ ਮੁਖਣਾ ਚੇਤੈ ਆਵੈ ਜਾਏ। ਇਹ ਪਰਮਾਤਮਾ ਨੇ ਪਤਾ ਨਹੀਂ ਆਪ ਬੋਲਿਆ ਕਿ ਪਰਮਾਤਮਾ ਨੇ ਇਸ ਨੂੰ ਭੁਲਾਇਆ ਹੋਇਆ ਹੈ। ਇਹ ਹੁਣ ਕੱਲ੍ਹ ਦੇਖਿਆ ਇਹਨੂੰ ਭੁਲਾਇਆ ਕਿੰਨੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।